प्रभु का दास साडे विच आ रहा है। ਅਸੀਂ सब अपने पैरों ते खड़े हो जाएंगे और स्वागत करांगे प्रभु के दास का, जो खुदा ने साडे विच एक बारी फिर तो जिउंदी जान खड़े किया और साडे विच कर लिया। हालेलुया। प्रभु यीशु मसीह के पवित्र नाम में सब बहुत ज्यादा धन्यवाद करते हैं कि ये जगह बहुत ही माल वाली जगह है, बहुत पवित्र जगह है। बहुत ज्यादा खुशी हुई कि मैं एतवार को फिर क्योंकि जगह सब जो भी कमियां कमजोरियां सब पीछे रह गई, पिछले हफ्ते चली गई, आज नवा दिन है, एतवार का दिन है। हालेलुया। ਤੁਹਾਡੇ ਸਾਰਿਆਂ ਦੇ ਨਾਲ ਹੋਵੇ, ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਆਮੀਨ। सचमुच ਅੱਜ ਤਾਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਸੀ। ਜਿਵੇਂ ਦਾਊਦ ਨੇ ਕਿਹਾ ਕਿ ਮੈਂ ਖੁਸ਼ ਹੋਇਆ ਜਦੋਂ ਮੈਨੂੰ ਕਹਿਣ ਲੱਗੇ ਕਿ ਆਓ ਖੁਦਾ ਦੇ ਘਰ ਚ ਚੱਲੀਏ। ਖੁਦਾ ਦੇ ਘਰ ਵਿੱਚ ਜਾਣਾ ਦੁਨੀਆ ਦੇ ਸਾਰੀ ਕੋਠੀਆਂ ਬਜ਼ਾਰੀਆਂ ਨਾਲੋਂ ਵੱਧ ਵਧੀਆ ਹੈ। ਖੁਦਾ ਦੀ ਹਜ਼ੂਰੀ ਜਿਹੜਾ ਦਿਨ ਕੱਟਿਆ ਜਾਵੇ ਉਸ 1000 ਦਿਨਾਂ ਵਿੱਚ। ਹਾਲੇਲੂਇਆ ਹਾਲੇਲੂਇਆ। ਬਹੁਤ ਬਰਕਤ ਦੇਵੇ। ਸਾਨੂੰ ਮੇਰੇ ਵੱਲੋਂ ਜੈ ਮਸੀਹ ਦੀ। ਤੁਸੀਂ ਬੈਠ ਸਕਦੇ ਹੋ। हालेलुया हालेलुया। बहुत अच्छा महसूस हो रहा है अपने लोगों के विच खड़े होना, कलीसिया दे विच खड़े होना, कलीसिया का प्यार देखिए। हालेलुया हालेलुया। बहुत अच्छा लगा सारे प्यार किया, प्रार्थना की अपने सेवादारों के लिए। एक बैठना सब बैठ नहीं आए सो मैं चाहता सी कि जो विषय अपना चल रहा उस थोड़ा जिहा आपां देखना वा। अज ज़्यादा टाइम नहीं लवांगे, थोड़े टाइम दे विच ही उस विषय नूं आपां क्लीयर करने की कोशिश करांगे। जो कि एलिया की 5 बार सेवकाई चल रही है। एलिया की जिहड़ी 5 बार की सेवकाई चल रही है, ਉਹਦਾ ਚੌਥਾ ਭਾਗ ਜਿਹੜਾ ਉਹਦਾ ਅੱਜ ਫਾਈਨਲ ਚੈਪਟਰ ਹੈ। ਚੌਥੇ ਭਾਗ ਦਾ ਚੌਥੇ ਏਲੀਆ ਅੱਜ ਫਾਈਨਲ ਕਰਾਂਗੇ। ਉਸ ਤੋਂ ਬਾਅਦ ਜਿਹੜਾ ਉਹਦਾ 5ਵਾਂ ਭਾਗ ਹੋਊਗਾ ਉਹ ਨੈਕਸਟ ਸੰਡੇ ਇੱਕੋ ਹੀ ਸੰਡੇ ਲਵਾਂਗੇ ਉਹਦੇ ਵਾਸਤੇ। ਸੋ ਅੱਜ ਜਿਹੜਾ ਆਪਾਂ ਚੌਥਾ ਕਲੀਅਰ ਕਰਾਂਗੇ। ਹਾਲੇਲੂਇਆ ਹਾਲੇਲੂਇਆ। यानी कि चौथे का चौथा भाग बन गया। सो खुदावन तुहानू बहुत बरकत देवे। सारे ने इधर ध्यान देना मेरे वाल। थोड़ा रिपीट करांगे कि एलिया दी 5 बार सेवकाई। एलिया खुदा दा एक सच्चा नबी सी। परमेश्वर ने एलिया नू 5 बार इस्तेमाल किया। सो प्रभु यीशु मसीह ने ये गल कही सी कि एलिया का आवेगा, सब कुछ दा सुधार करेगा। मिशनां दे विच एलिया दे बारे ज़्यादा नहीं सिखाया जाता। वो ये सोचते हैं भी एलिया था इसराइलियां दा नबी है, गैर कौमां दे नाल ओहदा कोई नाता नहीं हैगा। पर इस तरह नहीं हैगा। पुराने नियम दे विच भी जिन्ने नबी सीगे वो गैर कौमां दे लिए भविष्यवाणियां करते रहे, और नवे नियम दे विच भी जिहड़े
ਨਬੀ ਆ ਉਹ ਗੈਰ ਕੌਮਾਂ ਦੇ ਵਿੱਚ ਹੁੰਦੇ ਨੇ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਵੇ ਕਿਉਂਕਿ ਜਿਹੜਾ ਯੋਹੰਨਾ ਬਪਤਿਸਮਾ ਦੇਣ ਵਾਲਾ ਸੀ ਉਹਨੇ ਇੱਕ ਬ੍ਰਿਜ ਬਣਾਇਆ ਇਸਰਾਇਲ ਤੋਂ ਗੈਰ ਕੌਮਾਂ ਤੱਕ। ਇਸਰਾਏਲੀਆ ਕਾਇਆ ਸੀ ਯੋਹੰਨਾ ਬਪਤਿਸਮਾ ਦੇਣ ਵਾਲਾ, ਤੀਜਾ ਏਲੀਆ ਇਸਰਾਇਲ ਕਾਇਆ ਸੀ ਔਰ ਉਹਨੇ ਇੱਕ ਬ੍ਰਿਜ ਬਣਾਇਆ। ਬ੍ਰਿਜ ਸਮਝਦੇ ਹੋ? ਪੁਲ। ਉਹਨੇ ਇੱਕ ਪੁਲ ਬਣਾਇਆ। ਉਸਨੇ ਪੁਲ ਬਣਾਇਆ ਸੀ, ਬ੍ਰਿਜ ਕਹਿ ਦਿੰਦੇ ਆ ਇਸ ਤਰ੍ਹਾਂ। ਪੁਲ ਬਣਾਇਆ ਇਸਰਾਇਲ ਤੋਂ ਗੈਰ ਕਿ ਮਸੀਹ ਦਾ ਪ੍ਰਚਾਰ ਜਿਹੜਾ ਗੈਰ ਕੌਮਾਂ 'ਚ ਫੈਲ ਜਾਵੇ। ਉਸ ਤੋਂ ਬਾਅਦ ਕੋਈ ਯਹੂਦੀਆਂ ਦਾ ਸਮਾਂ ਨਹੀਂ ਰਿਹਾ, ਸਾਰਾ ਸਮਾਂ ਗੈਰ ਕੌਮਾਂ ਦਾ ਸ਼ੁਰੂ ਹੋ ਗਿਆ। 2000 ਸਾਲ ਤੋਂ ਇਸਰਾਏਲੀਆਂ ਦਾ ਸਮਾਂ ਬੰਦ ਹੈ, ਯਹੂਦੀਆਂ ਦਾ ਕੋਈ ਵੀ ਸਮਾਂ ਨਹੀਂ ਚੱਲ ਰਿਹਾ, ਸਿਰਫ ਇਸਰਾਏਲੀਆਂ ਦਾ ਗੈਰ ਕੌਮਾਂ ਦਾ ਸਮਾਂ। ਅਸੀਂ ਸਾਰੇ ਗੈਰ ਕੌਮਾਂ ਦੇ ਲੋਕ, ਇੱਥੇ ਕੋਈ ਜ਼ਰੂਰਤ ਹੀ ਨਹੀਂ ਹੈ, ਇੱਥੇ ਕੋਈ ਵੀ ਜ਼ਰੂਰਤ ਨਹੀਂ ਬੈਠਾ ਹੈ। ਆਪ ਵੀ ਪੰਜਾਬ ਦੇ ਵਿੱਚ ਕਿਹੜਾ ਯਹੂਦੀ ਹੈ? ਦਿੱਲੀ 'ਚ ਯਹੂਦੀ ਮਿਲ ਜਾਂਦੇ ਹਨ, ਪਰ ਉਹ ਯਹੂਦੀ ਕ੍ਰਿਸਚਨ ਨਹੀਂ ਹੈਗੇ। ਉਹ ਯਹੂਦੀ ਆਉਂਦੇ ਯਹੋਵਾ ਪਰਮੇਸ਼ਰ ਦੇ ਅਕੋਰਡਿੰਗ ਹੀ ਸੁਲਤ ਕਰਾਉਂਦੇ ਆ, ਪੁਰਾਣੇ ਨਿਯਮ ਦੇ ਮੁਤਾਬਕ ਹੀ ਖੁਦਾਵੰਦ ਨੂੰ ਮੰਨਦੇ ਆ। ਉਹਨਾਂ ਦਾ ਮਸੀਹ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਮਸੀਹ ਨੂੰ ਨਹੀਂ ਮੰਨਦੇ ਉਹ ਯਹੂਦੀ ਲੋਕ। ਔਰ ਇਹਨੇ ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਇੱਕ ਬ੍ਰਿਜ ਤਿਆਰ ਕੀਤਾ। ਕੀ ਤਿਆਰ ਕੀਤਾ ਬਈ? ਬ੍ਰਿਜ ਤਿਆਰ ਕੀਤਾ ਤਾਂ ਕਿ ਪ੍ਰਭੂ ਇਸਰਾਏਲੀਆਂ ਤੋਂ ਗੈਰ ਕੌਮਾਂ ਦੇ ਵਿੱਚ ਆ ਸਕੇ, ਪ੍ਰਭੂ ਦੀ ਸੇਵਕਾਈ ਗੈਰ ਕੌਮਾਂ ਵਿੱਚ ਆ ਸਕੇ। ਪਰ ਇਹ ਚੌਥੇ ਏਲੀਆ ਨੇ ਜਿਹਦੇ ਬਾਰੇ ਅਸੀਂ ਦੇਖ ਰਹੇ ਹਾਂ। ਚੌਥੇ ਏਲੀਆ ਨੇ ਗੈਰ ਕੌਮਾਂ ਤੋਂ ਇਸਰਾਏਲ ਵੱਲ ਨੂੰ ਬ੍ਰਿਜ ਬਣਾਇਆ। ਇਧਰੋਂ ਇਹਨੇ ਇਧਰੋਂ ਬਣਾਇਆ ਸੀ, ਇਹਨੇ ਇਧਰੋਂ ਬਣਾਤਾ ਗੈਰ ਕੌਮਾਂ ਤੋਂ। ਹੁਣ ਸਮਾਂ ਜਿਹੜਾ ਚੌਥੇ ਏਲੀਆ ਦਾ ਇਹ ਫਿਰ ਵਾਪਸ ਜਾ ਰਿਹਾ ਇਸਰਾਏਲੀਆ ਵੱਲ ਨੂੰ। ਸਮਝ ਲੱਗੀ? ਦੁਬਾਰਾ ਰਿਪੀਟ ਕਰ। ਤੀਜਾ ਏਲੀਆ ਜਿਹੜਾ ਸੀ ਯੋਹੰਨਾ ਬਪਤਿਸਮਾ ਦੇਣ ਵਾਲਾ, ਉਹਨੇ ਬ੍ਰਿਜ ਤਿਆਰ ਕੀਤਾ ਇਸਰਾਏਲੀਆ ਤੋਂ ਗੈਰ ਕੌਮਾਂ ਤੋਂ। ਔਰ ਚੌਥੇ ਏਲੀਆ ਨੇ ਗੈਰ ਕੌਮਾਂ ਤੋਂ ਇਸਰਾਏਲ ਤੋਂ। ਪੰਜਵਾਂ ਏਲੀਆ ਜਿਹੜਾ ਉਹ ਇਸਰਾਏਲ 'ਚ ਹੀ ਆਵੇਗਾ, ਉਹ ਇੱਥੇ ਨਹੀਂ ਆਵੇਗਾ। ਯਿਸੂ ਮਸੀਹ ਦੀ ਆਮਦ ਹੋ ਜਾਏਗੀ, ਆਮਦ ਤੋਂ ਬਾਅਦ ਉਹ ਏਲੀਆ ਰੈਪਚਰ ਤੋਂ ਬਾਅਦ, ਯਿਸੂ ਮਸੀਹ ਦੀ ਆਮਦ ਤੋਂ ਬਾਅਦ ਉਸ ਏਲੀਆ ਦੇ ਪਰ ਅੱਜ ਜਿਸ ਢੰਗ ਨਾਲ ਮੈਂ ਤੁਹਾਨੂੰ ਪ੍ਰਚਾਰ ਕਰੂੰਗਾ ਤੁਹਾਨੂੰ ਬਿਲਕੁਲ ਹੀ ਪਤਾ ਲੱਗ ਜਾਣਾ ਕਿ ਚੌਥਾ ਏਲੀਆ ਇੱਕ ਸੁਧਾਰ ਕਰਨ ਵਾਲਾ ਏਲੀਆ ਸੀ। ਉਹਨੇ ਸੁਧਾਰ ਕਰਨਾ ਸੀ। ਆਮੀਨ ਆਮੀਨ। ਪਹਿਲਾ ਏਲੀਆ ਕੌਣ ਸੀ ਭਾਈ? ਬੋਲ ਕੇ ਦੱਸੋ। बोल के दसो जल्दी जल्दी। पहला एलिया कौन सी? एलिया तिशबी। दूसरा एलीशा से। तीसरा चौथा जब देखने जा रहे हैं। आमीन आमीन हालेलुया हालेलुया। चौथा एलिया भाई विलियम ब्रानम सी। भाई ब्रानम चौथा एलिया और एक किवें सी एक क्यों सी ये असी देखा ये भाई ब्रानम चौथा एलिया किवें। हालेलुया हालेलुया।
ਜਿਹੜਾ ਪਹਿਲਾ ਏਲੀਆ ਸੀ, ਜੇ ਕਿਸੇ ਵੀ ਏਲੀਆ ਨੂੰ ਚੈੱਕ ਕਰਨਾ ਤਾਂ ਆਪਾਂ ਨੂੰ ਪਹਿਲੇ ਏਲੀਆ ਦੇ ਕੋਲ ਜਾਣਾ ਪਵੇਗਾ। ਪਹਿਲਾ ਏਲੀਆ ਦੇਖਣਾ ਪਊ, ਪਹਿਲੇ ਏਲੀਆ ਨੇ ਕੀ ਕੀਤਾ ਸੀ ਜੋ ਇਸ ਏਲੀਆ ਨੇ ਕੀਤਾ। ਹਾਲੇਲੂਇਆ। ਕੀ ਇਸ ਏਲੀਆ ਦੀ ਸੇਵਕਾਈ ਉਸ ਪਹਿਲੇ ਏਲੀਆ ਦੇ ਨਾਲ ਮੇਲ ਖਾਂਦੀ ਹੈ ਜੋ ਅਸੀਂ ਇਹਨੂੰ ਏਲੀਆ ਮੰਨ ਲਈ? ਹੋਰ ਕਿਸੇ ਦੇ ਸੇਵਾਦਾਰ ਦੀ ਜ਼ਿੰਦਗੀ ਦੇ ਵਿੱਚ ਉਹ ਗੱਲਾਂ ਫੈਕਟ ਪੈਂਦੀਆਂ ਨੇ। ਸੇਵਾਦਾਰ ਬਹੁਤ ਹੀ ਵੱਡੇ ਵੱਡੇ ਹੋਏ ਨੇ ਦੁਨੀਆ ਦੇ। ਬਿਲੀ ਗ੍ਰਾਮ ਦਾ ਨਾਮ ਦੁਨੀਆ ਭੁੱਲ ਨਹੀਂ ਸਕਦੀ। ਬਿਲੀ ਗ੍ਰਾਮ ਇੱਕ ਬਹੁਤ ਵੱਡਾ ਪ੍ਰਚਾਰਕ ਹੋਇਆ, ਬਹੁਤ ਜ਼ਿਆਦਾ। ਉਹ ਜਿੱਥੇ ਕਿਤੇ ਜਾਂਦਾ ਸੀ ਹਸਪੀਟਲ ਖਾਲੀ ਹੋ ਗਿਆ। ਹਿੰਦੁਸਤਾਨ ਵਿੱਚ ਬੈਨ ਲੱਗਾ ਹੋਇਆ, ਵਿੰਟਰ ਜਗਰੈਲ ਹੋਇਆ ਸਾਲ ਹਿੰਦੁਸਤਾਨ ਵਿੱਚ ਉੱਤੇ ਬੈਨ ਲੱਗਿਆ। ਬਹੁਤ ਸਾਰੇ ਸੰਤਾਂ ਜਿਨ੍ਹਾਂ ਦਾ ਹਿੰਦੁਸਤਾਨ ਵਿੱਚ ਬੈਨ ਰਿਨਾਲਡ ਬਾਂਕੀ ਹੈ। ਉਹ ਵਿੱਚ ਜਦੋਂ ਜਾਂਦਾ 40-50 ਮਿਲੀਅਨ ਲੋਕ ਆਏ, 40 ਲੱਖ ਲੋਕ ਆਏ। ਪ੍ਰਸ਼ਾਸਨ ਨੂੰ ਸਾਂਭਣਾ, ਸਰਕਾਰ ਨੂੰ ਮੁਸੀਬਤਾਂ ਪੈ ਜਾਂਦੀਆਂ ਨੇ, ਇਹਨੇ ਲੋਕ ਸਾਂਭਣਗੇ। ਮੈਨਗੇ ਕਿਤੇ ਸੜਕਾਂ ਤੋੜ ਦੇਣ, ਲਾਈਟਾਂ ਤੋੜ ਦੇਣ, ਇਹਨੇ ਲੋਕ ਸਾਂਭ 40 ਲੱਖ ਲੋਕ। ਇਸ ਕਰਕੇ ਛੋਟੇ ਮੁਲਕਾਂ ਚ ਉਹਨਾਂ ਨੇ ਬੈਨ ਲੱਗੇ, ਕਿਉਂਕਿ 40-50 ਲੱਖ ਦੀ ਆਬਾਦੀ ਦੇ ਵਿੱਚ ਚੰਗਾਈਆਂ ਵੀ ਬਹੁਤ ਲੋਕ ਕ੍ਰਿਸਚਨ ਬਣ ਜਾਂਦੇ। ਆਮੀਨ। ਪਰ ਕੀ ਉਹ ਏਲੀਆ ਨਬੀ ਸਨ? ਇਹੀ ਆਪਾਂ ਅੱਜ ਦੇਖਣ ਜਾ ਰਹੇ ਕਿ ਉਹਨਾਂ ਵਿੱਚੋਂ ਕਿਸੇ ਨੂੰ ਆਪਾਂ ਏਲੀਆ ਨਹੀਂ ਮੰਨ ਸਕਦੇ। ਏਲੀਆ ਨੂੰ ਮੰਨਣ ਦੇ ਲਈ ਏਲੀਆ ਹੋਣਾ ਚਾਹੀਦਾ ਹੈ। ਐਵੇਂ ਕਿਸੇ ਨੂੰ ਆਪਾਂ ਏਲੀਆ ਕਿੱਦਾਂ ਕਰਦੇ? ਆਮੀਨ। ਸੋ ਅਸੀਂ ਅੱਜ ਪਹਿਲੇ ਏਲੀਆ ਨੂੰ ਦੇਖਾਂਗੇ। ਉਸ ਦਿਨ ਆਪਾਂ ਚੰਗੇ ਤਰੀਕੇ ਨਾਲ ਇਸ ਦੇਖਿਆ, ਕਿਉਂਕਿ ਚੌਥੇ ਨਾਲ ਹੀ ਫੈਕਟ ਪੈਣਾ ਸੀ। ਇਸੇ ਕਰਕੇ ਆਪਾਂ ਥੋੜਾ ਜਿਹਾ ਦੇਖਿਆ ਸੀ ਪਹਿਲੀ ਵਾਰ ਕਿ ਪਹਿਲਾ ਏਲੀਆ ਕੀ ਸੀ। ਆਓ ਅਸੀਂ ਜਾਵਾਂਗੇ। ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਮੈਂ ਕਿਤਾਬਾਂ ਸੁਣਦੀਆਂ ਸਨ ਬਈ ਪਹਿਲਾ ਰਾਜਾ ਤੇ ਦੂਜਾ ਰਾਜਾ ਪੜ੍ਹਨਾ ਇਹਨਾਂ ਨੇ ਪੜ੍ਹੀਆਂ ਸੀ? ਹੋਰ पढ़ा थोड़ा पढ़ा 40 ਕੈਮਰਾ ਲਿਆ। ਕਰਦੇ ਬਾਅਦ ਚ ਗੱਲ ਕਰਾਂਗੇ। ਹਾਲੇਲੂਇਆ। ਸੋ ਆਓ ਅਸੀਂ ਜਾਵਾਂਗੇ ਪਹਿਲਾ ਰਾਜਾ ਉਹਦਾ 18 ਦੇ ਆਏ ਕੀ ਹੈ ਪਹਿਲਾ ਰਾਜਾ 18 ਦੇ ਆਏ ਉਹਦੀ 21 ਹੈ। ਏਲੀਆ ਸਾਰੇ ਲੋਕਾਂ ਕੋਲ ਆਇਆ ਅਤੇ ਉਹਨਾਂ ਨੂੰ ਆਖਿਆ, ਭਲਾ ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾ ਪਰਮੇਸ਼ਰ ਹੈ ਤਾਂ ਉਹਦੇ ਮਗਰ ਲੱਗੋ, ਪਰ ਜੇ ਬਾਲ ਹੈ ਤਾਂ ਉਹਦੇ ਮਗਰ ਲੱਗੋ। ਇਹ ਏਲੀਆ ਸਵਾਲ ਸੀ, ਸਟੈਂਡ ਵਾਲਾ। ਨੋਟ ਕਰ ਲਿਓ ਇਹ ਏਲੀਆ ਦਾ ਸਵਾਲ ਸੀ, ਸਟੈਂਡ ਵਾਲਾ। ਯਹੋਵਾ ਪਰਮੇਸ਼ਰ ਤੇ ਪੱਕਾ ਯਕੀਨ ਸੀ। ਉਹਨੇ ਪ੍ਰਚਾਰ ਕੀਤਾ, ਜੇ ਯਹੋਵਾ ਪਰਮੇਸ਼ਰ ਹੈ ਤਾਂ ਤੁਸੀਂ ਉਹਦੇ ਪਿੱਛੇ ਚੱਲੋ, ਜੇ ਹੋਰ ਕੋਈ ਪਰਮੇਸ਼ਰ ਹੈ ਤੁਸੀਂ ਉਹਦੇ ਪਿੱਛੇ ਚੱਲੋ। ਅੱਜ ਇੱਕ ਚੁਣ ਲਓ। ਉਸ ਏਲੀਆ ਨੇ ਕੀ ਪ੍ਰਚਾਰ ਕੀਤਾ ਸੀ? ਅੱਜ ਇੱਕ ਚੁਣ, ਦੋਨਾਂ ਵਿੱਚੋਂ ਇੱਕ ਚੁਣ ਲਓ। ਇਹ ਸੱਚਾ ਪਰਮੇਸ਼ਰ ਯਹੋਵਾ ਤੇ ਉਹਦੇ ਪਿੱਛੇ ਚੱਲੋ। ਜੇ ਬਾਲ ਦੇਵਤਾ ਜਿਹਨੂੰ ਤੁਸੀਂ ਮੰਨਦੇ ਹੋ ਇਹ ਸੱਚਾ, ਤੁਸੀਂ ਇਹਦੇ ਪਿੱਛੇ ਚੱਲੋ। ਅੱਗੇ ਤਾਂ ਲੋਕਾਂ ਨੇ ਉਸ ਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ। ਤਾਂ ਏਲੀਆ ਨੇ ਲੋਕਾਂ ਨੂੰ ਆਖਿਆ, ਮੈਂ ਇਕੱਲਾ ਹੀ ਯਹੋਵਾ ਦਾ ਨਬੀ ਰਹਿ ਗਿਆ ਹਾਂ, ਪਰ ਬਾਲ ਦੇ ਨਬੀ 450 ਮਨੁੱਖ ਹਨ।
ਉਹ ਸਾਨੂੰ 2 ਬਲਦ ਦੇਣ ਦੇਖ ਅਤੇ ਲਓ, ਸੱਚੇ ਦਿਲ ਦੇ ਪਰਮੇਸ਼ਰ ਦਾ ਸੇਵਾਦਾਰ ਇੱਕੋ ਹੀ ਆ ਤੇ ਝੂਠਿਆਂ ਦਾ ਸੇਵਾਦਾਰ 450। ਯਾਦ ਰੱਖਿਓ, ਇੱਕ ਬੰਦੇ ਨੇ 450 ਨਬੀਆਂ ਦਾ ਸਾਹਮਣਾ ਕੀਤਾ ਇਕੱਲੇ। ਇੱਕ ਪਾਸੇ 450 ਪਾਸਟਰ ਖੜਾ ਵਾ, ਇੱਕ ਪਾਸੇ ਇੱਕੋ ਹੀ ਪਾਸਟਰ ਖੜਾ, ਏਲੀਆ ਪਾਸਟਰ। ਔਰ ਤੁਸੀਂ ਬਹੁਤ ਮਤ ਕਰਕੇ ਨਾ ਕਦੇ ਵੀ ਉੱਤਰ ਜ਼ਿਆਦਾ ਚੱਲਦੇ ਨੇ, ਉੱਤਰ ਚੱਲ ਵੜਦੇ, ਸ਼ਾਇਦ ਉਹ ਸੱਚ ਹੋਵੇ। ਇੱਥੇ ਤਾਂ 4 ਪੈਂਟਾਂ ਹੀ ਪੈਂਦੇ ਆ, ਇਹ ਵਾਰ ਏਦਾਂ ਹੋ ਜਾਂਦਾ। ਹੁਣ ਆਪਾਂ ਦੇਖ ਹੀ ਰਹੇ ਪਾਸਟਰ ਨੂੰ ਰੋਲੇ ਉਹਨਾਂ ਕੋਲ ਕਿੰਨੀ ਕਦੂਰੀ ਆ ਰਹੀ। ਸੱਚਿਆਂ ਕੋਲ ਥੋੜੇ ਜਿਹੇ ਲੋਕ ਹੁੰਦੇ ਜਿਹੜੇ ਸੱਚ ਸੁਣਾਉਂਦੇ। ਆਮੀਨ। ਅੱਗੇ ਉਹ ਸਾਨੂੰ 2 ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਔਰ ਉਹਨੂੰ ਟੋਟੇ ਟੋਟੇ ਕਰਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ। ਅਤੇ ਮੈਂ ਦੂਜਾ ਬਲਦ ਤਿਆਰ ਕਰਾਂਗਾ ਅਤੇ ਉਹਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ। ਤਾਂ ਤੁਸੀਂ ਆਪਣੇ ਦਿਉਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾ ਦਾ ਨਾਮ ਲੈ ਕੇ ਪੁਕਾਰਾਂਗਾ। ਫਿਰ ਜਿਹੜਾ ਪਰਮੇਸ਼ਰ ਅੱਗ ਨਾਲ ਉੱਤਰ ਦੇਵੇ ਉਹ ਹੀ ਪਰਮੇਸ਼ਰ ਹੋਵੇ। ਉਹਨੇ ਚੈਲੰਜ ਰੱਖਤਾ ਸੱਚੇ ਨਬੀ ਨੇ। ਏਲੀਆ ਨਬੀ ਨੇ ਕੀ ਰੱਖਿਆ? ਕਹਿੰਦਾ ਜਿਹੜਾ ਪਰਮੇਸ਼ਰ ਅੱਗ ਨਾਲ ਉੱਤਰ ਦੇਵੇਗਾ ਉਹੀ ਸੱਚਾ ਪਰਮੇਸ਼ਰ ਹੋਊਗਾ। ਆਮੀਨ। ਤੁਹਾਡੇ ਪਰਮੇਸ਼ਰ ਨੇ ਅੱਗ ਨਾਲ ਉੱਤਰ ਦਿੱਤਾ, ਤੁਹਾਡਾ ਪਰਮੇਸ਼ਰ ਸੱਚਾ। ਤੇ ਮੇਰੇ ਪਰਮੇਸ਼ਰ ਨੇ ਅੱਗ ਨਾਲ ਉੱਤਰ ਦਿੱਤਾ ਤਾਂ ਮੇਰਾ ਪਰਮੇਸ਼ਰ ਸੱਚਾ ਹੋਊਗਾ। ਆਮੀਨ। ਆਮੀਨ। ਸਟੈਂਡ। ਵਿਸ਼ਵਾਸ ਸੱਚਾ, ਮਜ਼ਬੂਤ ਇਰਾਦੇ ਏਲੀਆ ਨਬੀ। ਹਾਲੇਲੂਇਆ। ਹਾਲੇਲੂਇਆ। ਤਾਂ ਸਭਨਾਂ ਲੋਕਾਂ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਚੰਗੀ ਹੈ। ਤਦ ਏਲੀਆ ਨੇ ਬਾਲ ਦੇ ਨਬੀਆਂ ਨੂੰ ਆਖਿਆ, ਤੁਸੀਂ ਇੱਕ ਬਲਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਹਨੂੰ ਤਿਆਰ ਕਰੋ, ਕਿਉਂ ਜੋ ਤੁਸੀਂ ਬਹੁਤੇ ਹੋ ਔਰ ਆਪਣੇ ਦਿਉਤੇ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ। ਪਹਿਲਾ ਨੰਬਰ ਵੀ ਉਹਨਾਂ ਨੂੰ ਦੇ ਦਿੱਤਾ, ਪਹਿਲਾ ਮੌਕਾ ਵੀ ਉਹਨਾਂ ਨੇ ਉਹ ਦੇ ਦਿੱਤਾ। ਕਹਿੰਦਾ ਤੁਸੀਂ ਬਹੁਤੇ ਹੋ, ਤੁਸੀਂ ਪਹਿਲਾਂ ਇਹ ਕੰਮ ਕਰੋ। ਇਹ ਦੱਸਣਾ ਅੱਗੇ ਜਾ ਕੇ ਮੈਂ ਪਹਿਲਾ ਮੌਕਾ 35 ਅਗਸਤ ਦੇ ਹੱਥ 'ਚ ਸੀ। ਏਲੀਆ ਨਬੀ ਤਾਂ ਲਾਟ ਤੇ ਆਏ 450 ਨਬੀ ਬਾਲ ਦੇਵਤੇ ਦੇ ਇਹ ਝੂਠੇ ਪ੍ਰਚਾਰ ਕੰਮ ਕਰਦੇ। ਥੋੜੀ ਦੇਰ ਬਾਅਦ ਪੈਂਚੋ ਜਾਣਾ ਨਬੀ ਦੀ। ਹਾਲੇਲੂਇਆ। ਹਾਲੇਲੂਇਆ। ਤੁਸੀਂ ਪਹਿਲਾਂ ਜਾਣ ਲਓ, ਤੁਸੀਂ ਬਹੁਤੇ ਹੋ। ਤੁਸੀਂ ਅੱਗ ਮੰਗੋ, ਅੱਗ ਪਵਿੱਤਰ ਆਤਮਾ ਨੂੰ ਯਾਦ ਰੱਖਿਓ। ਅੱਗ ਕੀ ਹੈ? ਪਵਿੱਤਰ ਆਤਮਾ ਦਾ ਯੁੱਗ ਸਾਡਾ ਯੁੱਗ ਹੈ। ਪਵਿੱਤਰ ਆਤਮਾ ਦੇ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ। ਇਸ ਤੋਂ ਪਹਿਲਾਂ ਪਵਿੱਤਰ ਆਤਮਾ ਇਸ ਤਰ੍ਹਾਂ ਨਹੀਂ ਸੀ ਪਾਇਆ ਜਾਣਾ ਜਿੱਦਾਂ ਇਹਨਾਂ ਅੰਤ ਦਿਨਾਂ 'ਚ ਪਾਇਆ ਜਾਣਾ ਹੈ। ਤੇ ਜਿਵੇਂ ਮੈਂ ਪਿਛਲੇ ਦਿਨਾਂ 'ਚ ਦੱਸ ਰਿਹਾ ਸੀ, ਏਲੀਆ ਦਾ ਦੁੱਗਣਾ ਅਭਿਸ਼ੇਕ ਸਾਡੇ ਦਿਨਾਂ ਦੇ ਵਿੱਚ ਹੀ ਉਤਰਨਾ ਵਾ। ਹਾਲੇਲੂਇਆ। ਹਾਲੇਲੂਇਆ। ਅੱਗੇ ਪੜ੍ਹੋ। ਸੋ ਉਹਨਾਂ ਨੇ ਉਹ ਬਲਦ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੀਕ ਬਾਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਾਲ ਸਾਡੀ ਸੁਣ। ਪਰ ਕੁਝ ਆਵਾਜ਼ ਨਾ ਆਈ, ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੜਕਦੇ ਫਿਰਦੇ ਸਨ। ਦੁਪਹਿਰ ਨੂੰ ਇਉਂ ਹੋਇਆ ਕਿ ਏਲੀਆ ਨੇ ਉਹਨਾਂ ਦਾ ਮਖੌਲ ਉਡਾ ਕੇ ਆਖਿਆ, ਉੱਚੀ ਦੇ ਕੇ ਬੁਲਾਓ, ਕਿਉਂ ਜੋ ਉਹਦਾ ਦਿਉਤਾ ਹੈ। ਕੀ ਜਾਣੀਏ ਜੋ ਉਹ ਸੋਚ ਵਿੱਚ ਹੋਵੇ ਜਾਂ ਲਾਂਭੇ ਗਿਆ ਹੋਵੇ, ਜਾਂ ਉਹ ਸਫ਼ਰ ਵਿੱਚ ਹੋਵੇ, ਜਾਂ ਸ਼ਾਇਦ ਸੁੱਤਾ ਪਿਆ ਹੋਵੇ ਅਤੇ ਉਹਨੂੰ ਜਗਾਉਣਾ ਪਵੇ। ਏਲੀਆ ਨੇ ਮਜ਼ਾਕ ਵੀ ਕੀਤੇ ਉਹਦਾ। ਕੀ ਜਾਣੀਏ ਸਫ਼ਰ ਚ ਲੱਗਿਆ ਹੋਵੇ, ਤੁਹਾਡਾ ਦੇਵਤਾ ਸੁੱਤਾ ਹੀ ਨਾ ਪਿਆ ਹੋਵੇ। ਉੱਚੀ ਬੁਲਾ ਲੈਂਦਾ, ਉੱਚੀ ਉੱਚੀ ਦੁਆ ਕਰ, ਉੱਚੀ ਉੱਚੀ ਦੁਆ। ਸੁਣ ਲਓ ਅੱਜ ਸਾਰੇ ਕਿੰਨੇ ਬੜੇ, ਕੋਈ ਹੋਰ ਕੋਈ ਪਰਮੇਸ਼ਰ ਨਹੀਂ ਹੈ। ਯਿਸੂ ਮਸੀਹ ਤੋਂ ਸੁਣ ਲਓ, ਕੋਈ ਪਰਮੇਸ਼ਰ ਹੀ ਹੈ ਤੇ ਉਹਦਾ ਤਾਂ ਉਹਨਾਂ ਦੇ ਵੀ ਸੁਣ। 450 ਦਾ ਵੀ ਸੀਗਾ। ਉਹਨੇ ਰਾਜੇ ਨੂੰ ਮਗਰ ਲਾਇਆ ਸੀ, ਉਹਦੇ ਹਾਲ ਰਾਜੇ ਕਹਿੰਦੇ ਸੀ ਸ਼ਕਤੀ ਬਹੁਤ ਵੱਡੀ। ਪਰ ਏਲੀਆ ਨੂੰ ਪਤਾ ਸੀ ਕਿ ਇਹ ਝੂਠੇ ਨਬੀ ਹੈ। ਅੱਜ ਵੀ ਬੜੀਆਂ ਮਿਸ਼ਨਾਂ ਤੁਹਾਨੂੰ ਨਹੀਂ ਪਤਾ, ਤੁਸੀਂ ਤਾਂ ਜਾਂਦੇ ਭੱਜ ਭੱਜ ਕੇ ਕਿਤੇ ਦੂਰੇ ਦੇ ਕਿਤੇ ਤੇ ਬਾਜੀ ਚਰਚ ਲਾ ਕੇ ਉੱਥੇ ਸੱਚਾਈ ਤਾਂ ਸੱਚਾਈ ਆ।
ਸਾਨੂੰ ਸੰਗਤ ਵਿੱਚੋਂ ਕਈ ਵਾਰ ਬੈਠਣਾ ਪੁੱਛ ਰਹੇ ਨੇ ਤੁਹਾਡੀ ਸਿੱਖਿਆ ਇੱਥੇ ਵੀ ਚੱਲਦਾ ਪਿਆ ਬਾਈਬਲ ਚ ਵੀ ਰੌਲਾ ਹੈ। ਏਲੀਆ ਨੇ ਕਿਹਾ ਵੀ ਤੁਸੀਂ 450 ਪਹਿਲਾਂ ਕੰਮ ਕਰ ਲਓ, ਪਰ ਕੋਈ ਵੀ ਆਵਾਜ਼ ਨਹੀਂ ਸੀ, ਨਾ ਕੋਈ ਅੱਗ ਦਾ ਉੱਤਰ ਦੇਣ ਵਾਲਾ ਸੀ, ਕੋਈ ਅੱਗ ਦਾ ਉੱਤਰ ਨਹੀਂ ਆਇਆ। ਅੱਗੇ ਤਦ ਉਹਨਾਂ ਨੇ ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲੁਹਾਨ ਹੋ ਗਏ। ਤਾਂ ਇਉਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸੰਧਿਆ ਦੀ ਭੇਟ ਚੜਾਉਣ ਦੇ ਵੇਲੇ ਤੀਕਰ ਦੇਖਿਆ ਲੋਕ ਵਾਜਦੇ ਕਰਦੇ ਇੱਦਾਂ। ਦੇਖਿਆ ਨਾ ਆਪਦੇ ਉਹਦੇ ਦੇਵਤਿਆਂ ਨੂੰ ਖੁਸ਼ ਕਰਨ ਲਈ ਮੈਂ ਛੁਰੀਆਂ ਮਾਰ ਲਾ ਜਾਂਦੇ ਨੇ ਆਪਣੇ, ਸੰਕਲ ਮਾਰ ਲਾ ਜਾਂਦੇ ਨੇ ਆਪਣੇ, ਅੱਗ ਪਾ ਲੈਂਦੇ ਆ, ਅੱਗ ਉੱਤੇ ਚੱਲਦੇ ਆ, ਕੱਚ ਉੱਤੇ ਚੱਲਦੇ ਆ, ਪੈਰਾਂ ਨੂੰ ਛਾਲੇ ਕਰ ਲੈਂਦੇ ਪੈਰਾਂ ਤੇ, ਖੂਨ ਕੱਢ ਲੈਂਦੇ ਨੇ, ਜੀਭਾਂ ਪਾੜ ਲੈਂਦੇ ਨੇ, ਡੰਡੋਤ ਕਰਦੇ ਨੇ, ਲੋਕ ਗੋਡੇ ਛਿੱਲੇ ਜਾਂਦੇ ਨੇ, ਬਾਹਾਂ ਛਿੱਲੇ ਕਿੱਡੀ ਕਿੱਡੀ ਦੂਰ ਯਾਤਰਾਵਾਂ ਕਰਦੇ ਨੇ ਆਪਦੇ ਦੇਵੀ ਦੇਵਤੇ ਨੂੰ ਖੁਸ਼ ਕਰਨ ਲਈ। ਪਰ ਸੱਚੇ ਪਰਮੇਸ਼ਰ ਦੇ ਬੱਚੇ, ਸੱਚਾ ਪਰਮੇਸ਼ਰ ਕਹਿੰਦਾ ਹੀ ਨਹੀਂ ਆਪਦੇ ਆਪ ਨੂੰ ਦੁੱਖ ਤੋਂ। ਸੱਚਾ ਪਰਮੇਸ਼ਰ ਕਹਿੰਦਾ ਮੋੜੋ ਆਪ ਤੋਂ ਉੜਾਈਆਂ। ਆਪ ਸੱਚੇ ਪਰਮੇਸ਼ਰ ਦੀ ਸਿੱਖਿਆ। ਹਾਲੇਲੂਇਆ। ਇਹ ਅਸੀਂ ਮੋੜਨਾ ਨਹੀਂ ਚਾਹੁੰਦੇ, ਪੀੜੀਆਂ ਛੱਡਣਾ ਨਹੀਂ ਚਾਹੁੰਦੇ, ਓਕੇ ਛੱਡਣਾ ਨਹੀਂ ਚਾਹੁੰਦੇ, ਗਾਲਾਂ ਛੱਡਣਾ ਨਹੀਂ ਚਾਹੁੰਦੇ, ਐਤਵਾਰ ਵਾਲੇ ਦਿਨ ਕੰਮ ਨਹੀਂ ਛੱਡਣਾ ਚਾਹੁੰਦੇ। ਹਫ਼ਤਾ ਵੀ ਤਾਂ ਖਾ ਲੇਗਾ ਰੋਟੀ ਇੱਕ ਦਿਨ ਨਾ ਖਾਓਗੇ, ਜਾਂ ਹਫ਼ਤੇ 'ਚ ਇੰਨਾ ਤਾਂ ਕਮਾ ਲਓ ਕਿ 10 ਰੁਪਏ ਰੱਖ ਕੇ ਐਤਵਾਰ ਦੀ ਰੋਟੀ ਖਾ ਲਓ। ਪਰਮੇਸ਼ਰ ਦਾ ਧੰਨਵਾਦ ਹੋਣਾ ਬਹੁਤ ਜ਼ਰੂਰੀ ਹੈ। ਜੀਵਨ ਬਦਲੋ। ਕੀ ਬਦਲੋ? ਜੀਵਨ ਬਦਲਾਂਗੇ ਤਾਂ ਜੀਵਨ ਪਾਵਾਂਗੇ। ਪਰਮੇਸ਼ਰ ਇਹ ਨਹੀਂ ਕਹਿੰਦਾ ਆਪਣੇ ਆਪ ਨੂੰ ਕੁਤਰੋ, ਆਪਣੇ ਆਪ ਨੂੰ ਦੁੱਖ ਦਿਓ। ਪਰਮੇਸ਼ਰ ਕਹਿੰਦਾ ਬਦਲੋ, ਜੀਵਨ ਬਦਲੋ। ਅੱਗੇ ਤਾਂ ਇਉਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸੰਧਿਆ ਦੀ ਭੇਟ ਚੜਾਉਣ ਦੇ ਵੇਲੇ ਤੀਕਰ ਵਾਜਦੇ ਰਹੇ, ਪਰ ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੌ ਕਰਨ ਵਾਲਾ ਸੀ। ਕਦੋਂ ਤੱਕ ਲੱਗੇ ਪਏ? ਸੁਬਾਹ ਤੋਂ ਲੱਗੇ ਸੀ ਵਿਚਾਰ। ਇੰਨਾ ਟਾਈਮ ਨਹੀਂ ਉਹਨਾਂ ਦੀ ਦੁਆ ਸੁਣੀ। ਨਾਲੇ ਕੋਈ ਇੱਕ ਨੱਤ ਦਾ 450 ਨਵੀਂ, ਪਰ ਨਵੀਂ ਨਹੀਂ ਕਹੇ, ਚਿੱਟੇ ਕੱਪੜੇ ਪਾਏ, ਸਾਨੂੰ ਸ਼ੌਕ ਦਾ ਸੋਹਣਿਆਂ ਦਾ ਬਣੇ ਹੋਏ, ਆਸਮਾਨ ਵੱਲ ਵੱਧ ਕੀਤੇ ਹੋਏ, ਤੁਰ ਤੁਰ ਕੇ ਦੁਆ ਕਰਦੇ, ਗੀਤ ਗਾ ਗਾ ਕੇ ਦੁਆ ਕਰਦੇ, ਪੜ ਪੜ ਕੇ ਦੁਆ ਕਰਦੇ। ਉਹਨੂੰ ਮੂੰਹ ਵੀ ਹੋ ਗਏ, ਪੈਰਾਂ 'ਚੋਂ ਵੀ ਖੂਨ ਨਿਕਲੀ ਜਾਂਦਾ, ਹੱਥਾਂ 'ਚੋਂ ਵੀ ਖੂਨ ਨਿਕਲਦਾ, ਪਰ ਫਿਰ ਵੀ ਕੋਈ ਦੁਆ ਉਹਨਾਂ ਦੀ ਨਹੀਂ। ਸ਼ਾਮ ਦੇ ਟਾਈਮ ਜਦੋਂ ਉਹ ਜਦੋਂ ਹੀ ਬੇਹਾਲ ਹੋ ਗਏ, ਉਦੋਂ ਏਲੀਆ ਨੇ ਸ਼ਾਮ ਦੇ ਸਮੇਂ, ਕਿਹੜੇ ਵੇਲੇ? ਸ਼ਾਮਾਂ ਦੇ ਵੇਲੇ ਦਾ ਚਾਨਣ। ਆਮੇਨ। ਸਾਡਾ ਏਲੀਆ ਕਦੋਂ ਆਇਆ? ਸ਼ਾਮਾਂ ਦੇ ਵੇਲੇ ਦਾ ਏਲੀਆ। ਪਹਿਲੀ ਸੇਵਕਾਈ 'ਚ ਪਤਾ ਲੱਗਣਾ ਹੈ ਕਿ ਏਲੀਆ ਕਿਹੋ ਜਿਹਾ ਹੁੰਦਾ। ਹਾਲੇਲੂਇਆ। ਸ਼ਾਮ ਦੇ ਵੇਲੇ ਭੇਡ ਚੜਾਉਣ ਦੇ ਵੇਲੇ ਉਹਨੇ ਕਿਹਾ ਆਓ ਹੁਣ ਮੇਰੇ ਇਕੱਠੇ ਹੋਏ। ਤਾਂ ਏਲੀਆ ਨੇ ਸਭਨਾਂ ਲੋਕਾਂ ਨੂੰ ਆਖਿਆ, ਮੇਰੇ ਨੇੜੇ ਆਓ। ਅਤੇ ਸਭ ਲੋਕ ਉਹਦੇ ਨੇੜੇ ਗਏ। ਤਾਂ ਉਸ ਨੇ ਯਹੋਵਾ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ। ਕੀ ਕੀਤੀ? ਨਵੀਂ ਨਹੀਂ ਬਣਾਈ, ਜਗਵੇਦੀ ਦੀ ਮੁਰੰਮਤ ਕੀਤੀ। ਇਹ ਮੁਰੰਮਤ ਨੂੰ ਦੂਜੇ ਸ਼ਬਦਾਂ 'ਚ ਕੀ ਕਹਿੰਦੇ? ਸੁਧਾਰ ਕੀਤਾ। ਉਧਰ ਯਿਸੂ ਮਸੀਹ ਨੇ ਕੀ ਕਿਹਾ? ਸੁਧਾਰ ਕਰਨ ਵਾਲਾ ਏਲੀਆ ਆਵੇਗਾ। ਇੱਥੇ ਏਲੀਆ ਕੀ ਕਰ ਰਿਹਾ ਵਾ? ਸੁਧਾਰ ਕਰ ਰਿਹਾ ਵਾ। ਟੁੱਟੀ ਜਗਵੇਦੀ ਦਾ ਸੁਧਾਰ ਕਰ ਰਿਹਾ ਵਾ। ਕੋਈ ਹੋਰ ਮਟੀਰੀਅਲ ਲੈ ਕੇ ਨਹੀਂ, ਉਹੀ ਮਟੀਰੀਅਲ। ਪੜੋ। ਫਿਰ ਏਲੀਆ ਨੇ ਯਾਕੂਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ, ਜਿਨ੍ਹਾਂ ਨੂੰ ਯਹੋਵਾ ਦਾ ਵਚਨ ਇਉਂ ਆਇਆ ਕਿ ਤੇਰਾ ਨਾਮ ਇਸਰਾਏਲ ਹੋਵੇਗਾ, 12 ਪੱਥਰ ਲਏ। 12 ਪੱਥਰ ਲੈ।
ਜਗਵੇਦੀ 12 ਪੱਥਰਾਂ ਨੇ ਬਣੀ ਸੀ ਤੇ ਉਹਨੇ 12 ਪੱਥਰਾਂ ਦਾ ਲੈ ਕੇ ਫਿਰ ਤੋਂ ਸੁਧਾਰ 12 ਪੱਥਰ ਲੈ ਇਸਰਾਇਲ ਦੇ ਨਾਮ ਆਮੀਨ ਅਤੇ ਇਹਨਾਂ ਪੱਥਰਾਂ ਨਾਲ ਯਹੋਵਾ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਜਗਵੇਦੀ ਦੇ ਚੁਫੇਰੇ ਉਸਨੇ ਅਜਿਹੀ ਵੱਡੀ ਖਾਈ ਪੁੱਟੀ ਜਿਹਦੇ ਵਿੱਚ 20 ਕੁਸੇਰ ਬੀਜ ਸਮਾ ਜਾਣ ਅਤੇ ਲੱਕੜੀਆਂ ਨੂੰ ਚਿਣਿਆ ਅਤੇ ਬਲਦ ਨੂੰ ਟੋਟੇ ਟੋਟੇ ਕਰਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ 4 ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਰ ਬਾਲਣ ਉੱਤੇ ਡੋਲ ਦਿਓ। ਤਾਂ ਉਸਨੇ ਆਖਿਆ ਦੂਜੀ ਵਾਰ ਕਰੋ। ਸੋ ਉਹਨਾਂ ਨੇ ਦੂਜੀ ਵਾਰ ਕੀਤਾ। ਫਿਰ ਉਸਨੇ ਆਖਿਆ ਤੀਜੀ ਵਾਰ ਕਰੋ। ਸੋ ਉਹਨਾਂ ਨੇ ਤੀਜੀ ਵਾਰ ਵੀ ਕੀਤਾ। ਉਹ ਪਾਣੀ ਜਗਵੇਦੀ ਦੇ ਚੁਫੇਰੇ ਵਗਿਆ ਅਤੇ ਉਸਨੇ ਖਾਈ ਪਾਣੀ ਨਾਲ ਭਰ ਦਿੱਤੀ। ਆਮੀਨ। ਦੇਖੋ ਇਹ ਸੀ ਏਲੀਆ, ਇਹਨੇ ਟੁੱਟੀ ਜਗਵੇਦੀ ਦਾ ਸੁਧਾਰ। ਉਧਰ ਸਾਡੇ ਜਗ ਦਾ ਨਵੀਂ ਪਾਈਪ ਬਣਾ ਲਾ, ਉਹਨੇ ਨਹੀਂ ਟੁੱਟੀ ਹੋਈ ਜਗਵੇਦੀ ਦਾ ਸੁਧਾਰ। ਇਹ 450 ਨਵੀਆਂ ਨੇ ਜਗਵੇਦੀ ਢਾਹ ਦਿੱਤੀ ਸੀ, ਬਰਬਾਦ ਕਰ ਦਿੱਤੀ ਸਿੱਖਿਆ ਮਸੀਹਤ। और पिछले दिनों में देख ही रहे थे बगाड़ किया, बपतिस्मे दा सलीबा दी पूजा की, मरियम दी पूजा लेके आंदी, पॉप दी पूजा लेके आंदी। इत्थों तक कि मिशना दी शिक्षा बाइबल दे बराबर दा अधिकार दे दिता गया। पाप दे तौबा दे सर्टिफिकेट बेचे गए, स्वर्ग जाल दे सर्टिफिकेट बेचे गए। जिहड़ा शिक्षक नहीं पाता उन्होंने देश द्रोही उनका नाम दे के उन्होंने मार दिता गया। बड़े संत मारे कल्ले रोमन कैथलिक नहीं, रोमन कैथलिक का इतिहास दसदा 68 करोड़ लोग मसीही मारे कैथलिक, 68 करोड़। और ये आते उन्होंने धन्यवाद करते सी असीं मार दिते मसीह। मसीहत नहीं है कि असल तो मसीह विरोधी पॉप जेड़ा असल दे विच ता मसीह विरोधी है, वचन विरोधी है। जेड़ा वचन विरोधी है वो मसीह विरोधी है। हालेलुया। सो खुदा दा धन्यवाद होवे कि ये सेवकाई जेड़ी टुटी हुई जगवेदी दा सुधार करना ये किहदी जिंदगी च पूरी होई। देखो जो चौथा एलिया है, पिछले दिनों देखा सी कि यीशु मसीह ने कहा एलिया तो आवेगा सब का सदा सुधार। यदि पहली कंडीशन ये है भी जो चौथा एलिया एक सुधार करने वाला है। पहली शर्त ये सुधार करने वाला एलिया। दूसरी यदि ऐसी मत्ती जी 17:11 सुल्ला ने कथा करनी की है सारिया चीज़ों का सुधार अद्धियां सारिया ये भी यदि दूसरी कंडीशन है कुछ पीछे छड़ के नहीं जाऊंगा। जिवें अज लोग कहते हैं 8वां दूत आऊगा, 8वां नबी आऊगा, है ना, मतलब उत्थे लिखा सब चीज़ों का सुधार पीछे कुछ छड्डूगा सारा सुधार। तीसरी यदि कंडीशन प्रकाश की पोथी 10:7 सगों 7वें दूत की आवाज देगी जब वो तुरी बजावेगा तब परमेश्वर का भेद संपूर्ण होगा। जिवें उसने अपने दासां नूं अर्थात नबियां नूं इसकी खुशखबरी दी, सारा भेद खुलेगा, सारा भेद ही खुलेगा। कोई भी भेद नहीं रहूगा, कुछ भी पीछे नहीं रहूगा, सारा कुछ दस दिता जाएगा। यानी कि चौथे एलिया की सेवकाई दे सारा कुछ बयान उस भेद नहीं रह जाऊगा, भेद सारे खोल दिते जाएंगे,
ਸੁਧਾਰ ਸਾਰਾ ਕੀਤਾ ਜਾਊਗਾ। ਆਮੀਨ। ਹੁਣ ਇਹ ਜਿਹੜਾ ਦੂਤ ਹੈ, ਇਹ ਦੂਤ ਜਿਹੜਾ ਇਹ नबी और दूत दोनों बैठे हैं। जिवें कि यूहन्ना बपतिस्मा देण वाला भी तां एक नबी सी, पर मलाकी दे विच उहनूं दूत भी कहा गया है। तीन दे विच पढ़ो, तीन दी पहली है मलाकी दी किताब, तीन दी पहली है। ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ। देखो जो नबी बपतिस्मा के बारे में दूत भी किया गया है, तो इसी तरह भाई ब्राह्मण जेड़ा वो सतवीं कलीसिया दा दूत भी है। एलिया दा मसा सी, एलिया नबी भी सी, वो दूत भी सी। आमीन। वो बहाल करने वाला एलिया सी, ਉਹਨੇ ਸਭ ਚੀਜ਼ਾਂ ਨੂੰ ਬਹਾਲ ਕੀਤਾ। ਇੱਕੋ ਇੱਕ ਸੇਵਾਦਾਰ ਜਿਹਨੇ ਬਪਤਿਸਮਾ ਦੇ ਪ੍ਰਚਾਰ ਕੀਤਾ, ਬਪਤਿਸਮਾ ਯਿਸੂ ਮਸੀਹ ਦੇ ਨਾਮ ਵਿੱਚ। ਬਾਈਬਲ ਦਾ ਸਹੀ ਪ੍ਰਚਾਰ ਨਾ ਬਿਲੀ ਗ੍ਰਾਮ ਨੇ ਕੀਤਾ, ਨਾ ਬੈਲੀ ਹੈਲ ਨੇ ਕੀਤਾ, ਨਾ ਔਰਲ ਰੋਬਰਟ ਨੇ ਕੀਤਾ, ਨਾ ਲਾਰਡ ਵਾਂਕੇ ਨੇ ਕੀਤਾ, ਨਾ ਕਿਸੇ ਹੋਰ ਪਾਸਟਰ ਨੇ। बपतिस्मा यीशु मसीह। हालेलुया हालेलुया। एक पास्टर जी ने सुधार किया। आमीन। विलियम ब्रानम जिन्हें क्या एक परमेश्वर आ, एल परमेश्वर नहीं, बपतिस्मा यीशु मसीह के नाम से। चेले ने बपतिस्मा यीशु मसीह के नाम से उन्हें शिक्षा को बहाल किया। यस आमीन। हालेलुया। सेवादार होए बात बोलना नहीं, चीज छुया था बोलना नहीं, चीज़ां नु छुया था, टच तक नहीं किया उन्होंने। वो आप दिया मिशना नु खुश करते रहे, आप दिया मिशना नु खुश करते रहे। और थोड़ा देखा भी ये जड़ा सेवादार आ किहो जिहा होना चाहिए सी। ਅਸੀਂ ਦੇਖਾਂਗੇ ਗਲਾਤੀਆ ਦੀ ਇੱਕ ਦੀ 10 और टाइम ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ਰ ਨੂੰ? ਆ ਦੇਖ ਲਓ ਕੀ ਕਹਿੰਦਾ, ਮੈਂ ਮਨੁੱਖਾਂ ਨੂੰ ਮਨਾਉਂਦਾ ਵਾਂ ਜਾਂ ਪਰਮੇਸ਼ਰ। ਦੂਸਰੇ ਸ਼ਬਦਾਂ ਚ ਕੀ ਕਹਿੰਦਾ, ਮੈਂ ਮਨੁੱਖਾਂ ਨੂੰ ਖੁਸ਼ ਕਰ ਰਿਹਾ ਵਾਂ ਜਾਂ ਮੈਂ ਰੱਬ ਨੂੰ ਖੁਸ਼ ਕਰ ਰਿਹਾ। ਸੰਤ ਪਲੂਸ ਕਹਿ ਰਿਹਾ। तो संत पलूस पहली कलीसिया का दूत है और भाई ब्रानम सतवीं कलीसिया का दूत। जब भाई कोई भी दूत कटना तो पहले दूत बारे देखना पड़ेगा भी वो कितना वो की करता। पहला दूत कह रहा कि मैं मनुखा नूं खुश करना। हुण सवाल यह पैदा होता कि जिहड़ा एलिया नबी है ਇਹਦੀ ਸੇਵਕਾਈ ਵੀ ਮਨੁੱਖਾਂ ਨੂੰ ਖੁਸ਼ ਕਰਨ ਦੀ ਨਹੀਂ ਹੋਵੇਗੀ। ਤੇ ਮਨੁੱਖਾਂ ਨੂੰ ਖੁਸ਼ ਨਹੀਂ ਕਰੇਗਾ। ਮਨੁੱਖਾਂ ਨੂੰ ਖੁਸ਼ ਕਿਵੇਂ? ਲਓ ਜੀ ਕੈਥਲਿਕ ਦਾ ਬੰਦਾ ਆ ਗਿਆ, ਸਲੀਪਾ ਪਾ ਕੇ ਉਹ ਆ ਗਿਆ, ਉਹ ਤੋਂ ਵੀ ਦੁਆ ਕਰਾ ਲਈ, ਹੈ ਨਾ, ਖੁਸ਼ ਕਰਤਾ। ਹੋਰ ਕੋਈ ਆ ਗਿਆ ਉਹਨੂੰ ਖੁਸ਼ ਕਰਤਾ। ਸਿੱਖਿਆ ਦੀ ਕੋਈ ਗੱਲ ਨਹੀਂ ਕਰਨੀ, ਭਾਈ ਤੁਹਾਡਾ ਬਪਤਿਸਮਾ ਕਰਤਾ। आमीन 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 आमीन। ਆਪਾਂ ਕੱਲ ਦੇਖ ਰਹੇ ਸੀ ਪਾਕਿਸਤਾਨ ਦੇ ਪਾਸਟਰ ਦਾ ਪ੍ਰਚਾਰ ਕਿ
ਜਦੋਂ ਨਿਕੋਦੇਮਸ ਆਇਆ, ਯਿਸੂ ਮਸੀਹ ਨੇ ਸਿੱਧਾ ਕਿਹਾ, ਤੈਨੂੰ ਨਵੇਂ ਸਿਰੇ ਤੋਂ ਜਨਮ ਲੈਣਾ। ਇਹ ਨਹੀਂ ਵੀ ਉਹਦੀਆਂ ਤਰੀਫਾਂ ਵਾਲੀਆਂ ਵੀ ਬਹੁਤ ਅੱਛੀ ਗੱਲ, ਤੂੰ ਤਾਂ ਬਹੁਤ ਵੱਡਾ ਗੁਰੂ ਹੋ ਕੇ ਸਾਡੇ ਕੋਲ ਆਇਆ। ਹਾਲੇਲੂਇਆ। ਸੱਚੇ ਸੇਵਾਦਾਰਾਂ ਦੀ ਸੇਵਾ ਮਨੁੱਖਾਂ ਨੂੰ ਖੁਸ਼ ਕਰਨ ਦੀ ਨਹੀਂ ਹੁੰਦੀ। ਆਮੀਨ ਆਮੀਨ। ਆਮੀਨ ਲੱਗੀ। ਸੱਚੇ ਸੇਵਾਦਾਰ ਦੀ ਸੇਵਾ ਮਨੁੱਖਾਂ ਨੂੰ ਖੁਸ਼ ਕਰਨ ਦੀ ਨਹੀਂ। ਮਨੁੱਖਾਂ ਨੂੰ ਨਹੀਂ ਉਹ ਖੁਸ਼ ਕਰਦੇ, ਖੁਦਾ ਨੂੰ ਖੁਸ਼ ਕਰਦੇ। ਅਗਲਾ ਪੜੋ, ਗਲਾਤੀਏ 1:12। ਉਹ ਮੈਨੂੰ ਨਾ ਤਾਂ ਇਨਸਾਨ ਕੋਲੋਂ ਮਿਲੀ, ਨਾ ਹੀ ਮੈਂ ਸਿਖਾਇਆ ਗਿਆ, ਸਗੋਂ ਉਹ ਯਿਸੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ। ਆਮੀਨ ਆਮੀਨ। ਸਤਿਗੁਰੂ ਕਹਿੰਦਾ ਮੇਰੀ ਸਿੱਖਿਆ ਮੇਰੀ ਆਪਣੀ ਨਹੀਂ, ਨਾ ਹੀ ਮੈਂ ਕਦੋਂ ਸਿੱਖੀ ਆ। ਮੇਰੀ ਸਿੱਖਿਆ ਪਰਮੇਸ਼ਰ ਤੋਂ ਮਿਲੀ ਪ੍ਰਕਾਸ਼ਨ ਦੇ ਵਿੱਚ। ਹਾਲੇਲੂਇਆ ਹਾਲੇਲੂਇਆ। ਮੇਰੀ ਸਾਰੀ ਸੇਵਕਾਈ ਰੂਹਾਨੀਅਤ ਉੱਤੇ ਆ। ਮੈਂ ਬਾਈਬਲ ਸਕੂਲ ਚੋਂ ਸਿੱਖ ਕੇ ਨਹੀਂ ਆਇਆ, ਮੈਨੂੰ ਕਿਸੇ ਪਾਸਟਰ ਨੇ ਨਹੀਂ ਸਿਖਾਇਆ। ਸਤਿਗੁਰੂ ਕਹਿ ਰਿਹਾ ਹੈ, ਪਰ ਇਹ ਜਿੰਨੇ ਸੇਵਾਦਾਰ ਡਾਕਟਰ ਆ, ਇਹਨਾਂ ਦੇ ਮੂਹਰੇ ਲੱਗਦਾ ਡਾਕਟਰ ਬਿਲੀ ਗ੍ਰਾਮ, ਡਾਕਟਰ ਨੋਰਡ ਵਾਂਕੇ, ਡਾਕਟਰ ਪੀਟਰ ਜਨਰਲ, ਇਹ ਸਾਰੇ ਸਕੂਲਾਂ ਚੋਂ ਸਿੱਖ ਕੇ ਬਾਈਬਲ ਟ੍ਰੇਨਿੰਗਾਂ ਲਈਆਂ ਇਹਨਾਂ ਨੇ ਬਹੁਤ ਸਾਲ, 10 ਸਾਲ 20 ਸਾਲ ਦੀਆਂ ਟ੍ਰੇਨਿੰਗਾਂ ਲਈਆਂ, ਸਰਵੇ ਕਰ ਪਾਸਟਰ ਬਣ ਗਏ, ਸਿੱਖ ਪਰ ਇਹ ਜਿਹੜਾ ਸੇਵਾਦਾਰ ਏਲੀਆ ਨਬੀ ਹੋ, ਇਹਦੀ ਸਿੱਖਿਆ ਕਿਤੋਂ ਬਾਈਬਲ ਸਕੂਲ ਦੇ ਵਿੱਚੋਂ ਨਹੀਂ। ਬਾਈਬਲ ਸਕੂਲ ਚ ਇੱਕ ਦਿਨ ਵੀ ਗਿਆ ਨਬੀ ਭਾਈ ਮੇਰੀ ਬਣਾ, ਕੋਈ ਸਰਟੀਫਿਕੇਟ ਨਹੀਂ ਸੀ ਉਹਦੇ ਕੋਲ, ਕੋਈ ਡਾਕਟਰ ਦੀ ਉਪਾਧੀ ਨਹੀਂ ਸੀ। ਇੱਥੋਂ ਤੱਕ ਕਿ ਉਹ ਤਾਂ ਪੜ੍ਹਿਆ ਵੀ 7 ਕਲਾਸਾਂ। ਭਾਈ ਬਰਾਨਮ ਕਿੰਨੀਆਂ ਕਲਾਸਾਂ ਪੜ੍ਹਿਆ ਸੀ? 7 ਕਲਾਸਾਂ। ਸਾਰੀਆਂ ਡਿਲੀਸ਼ਨਾਂ ਦੇ ਵਿੱਚ ਲੱਗਿਆ। ਹਾਲੇਲੂਇਆ ਹਾਲੇਲੂਇਆ। ਇਹ ਸ਼ਰਤ ਆ ਕਿ ਉਹ ਕਿਸੇ ਬਾਈਬਲ ਸਕੂਲ ਚੋਂ ਆਵੇ, ਕਿਉਂਕਿ ਬਾਈਬਲ ਸਕੂਲ ਚੋਂ ਜਿਹੜਾ ਪਾਸਟਰ ਆਉਂਦਾ ਉਹ ਬਾਈਬਲ ਸਕੂਲ ਦੀਆਂ ਗੱਲਾਂ ਕਰਦਾ ਹੈ, ਜਿਹੜਾ ਆਸਮਾਨ ਤੋਂ ਆਉਂਦਾ ਉਹ ਆਸਮਾਨ ਦੀਆਂ ਗੱਲਾਂ ਕਰਦਾ ਹੈ। ਯਿਸੂ ਮਸੀਹ ਨੇ ਕਿਹਾ ਸੀ, ਕਹਿੰਦਾ ਜੇ ਮੈਂ ਜ਼ਮੀਨ ਦੀਆਂ ਗੱਲਾਂ ਤੁਹਾਡੇ ਨਾਲ ਕਰਨ ਲੱਗ ਗਿਆ ਤੇ ਇਹ ਤਾਂ ਤੁਹਾਡੇ ਸਮਝ ਨਹੀਂ ਆਉਂਦੀਆਂ, ਤੇ ਜੇ ਮੈਂ ਸਵਰਗ ਦੀਆਂ ਕਰਨ ਲੱਗ ਗਿਆ ਫਿਰ ਇਹ ਕਿੱਥੋਂ ਸਮਝ ਆਉਣਗੀਆਂ। ਹਾਲੇਲੂਇਆ ਹਾਲੇਲੂਇਆ। ਹੋਰ ਪੜੋ ਹੈ ਗਲਾਤੀਏ 2:1। ਤਦ 14 ਵਰ੍ਹਿਆਂ ਦੇ ਪਿੱਛੋਂ ਮੈਂ ਬਰਨਬਾਸ ਸਣੇ ਯਰੂਸ਼ਲਮ ਨੂੰ ਫੇਰ ਗਿਆ ਅਤੇ ਤੀਤਸ ਨੂੰ ਵੀ ਨਾਲ ਲੈ ਗਿਆ, ਅਤੇ ਮੇਰਾ ਜਾਣਾ ਪ੍ਰਕਾਸ਼ ਬਾਣੀ ਦੇ ਅਨੁਸਾਰ ਸੀ, ਅਤੇ ਉਸ ਖੁਸ਼ਖਬਰੀ ਨੂੰ ਜਿਹਦਾ ਮੈਂ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰਦਾ ਹਾਂ ਉਹਨਾਂ ਦੇ ਅੱਗੇ ਪੇਸ਼ ਕੀਤਾ। ਪਰ ਨਾਮੀ ਗ੍ਰਾਮੀ ਲੋਕਾਂ ਦੇ ਅੱਗੇ ਨਿਰਾਲੇ ਵਿੱਚ ਭਈ ਕਿਤੇ ਇਉਂ ਨਾ ਹੋਵੇ ਜੋ ਮੇਰੀ ਹੁਣ ਦੀ ਜਾਂ ਪਿਛਲੀ ਦੌੜ ਭੱਜ ਅਕਾਰਥ ਜਾਵੇ। ਪਰ ਤੀਤਸ ਵੀ ਜੋ ਮੇਰੇ ਨਾਲ ਸੀ, ਭਾਵੇਂ ਯੂਨਾਨੀ ਸੀ। ਆਮੀਨ। ਸੁਣੋ ਭਾਈ ਕੀ ਕਿਹਾ ਇੱਥੇ ਨੇ ਸਤਿਗੁਰੂ ਨੇ, ਕਹਿੰਦਾ ਜਦੋਂ ਮੈਂ ਜਾ ਕੇ ਸੇਵਕਾਂ ਮਿਲਾਈ ਆਪਦੀ ਨਾਮੀ ਗ੍ਰਾਮੀ ਪਾਸਟਰ ਕੌਣ ਸਨ, ਪਤਰ ਸੁਣਾ ਨਾ ਮਿਲਾਈ, ਯੋਹੰਨਾ ਉਹਨਾਂ ਨਾਲ ਮਿਲਾਈ ਜਾ ਕੇ, ਤੇ ਮੈਂ ਤਾਂ ਉਧਰ ਚਲਾ ਗਿਆ ਅਰਬ ਨੂੰ। ਤੇ 14 ਸਾਲ ਬਾਅਦ ਜਦੋਂ ਮੈਂ ਦੁਬਾਰਾ ਗਿਆ, ਕਹਿੰਦਾ ਮੈਂ ਜਦੋਂ ਸਿੱਖਿਆ ਮਿਲਾਈ ਤਾਂ ਮੇਰੀ ਸਿੱਖਿਆ ਪੂਰੀ ਮੇਲ ਖਾਂਦੀ ਸੀ। ਆਮੀਨ ਹਾਲੇਲੂਇਆ। ਇਹ ਜਿਹੜਾ ਨਬੀ ਆ ਅੰਤ ਦਿਨਾਂ ਦਾ ਚੌਥਾ ਏਲੀਆ, ਇਹਦੀ ਸੇਵਕਾਈ ਨਬੀਆਂ ਤੇ ਰਸੂਲਾਂ ਨਾਲ ਮੇਲ ਖਾਂਦੀ ਹੋਣੀ ਚਾਹੀਦੀ। ਆਮੀਨ ਹਾਲੇਲੂਇਆ ਹਾਲੇਲੂਇਆ। ਅੱਜ ਕਿਹਨੂੰ ਮੰਨ ਲਈਏ ਏਲੀਆ ਨਬੀ? ਉਹਨੂੰ ਜਿਹਦੀ ਸੇਵਕਾਈ ਨਬੀਆਂ ਤੇ ਰਸੂਲਾਂ ਨਾਲ ਮੇਲ ਖਾਂਦੀ ਹੈ। ਆਮੀਨ। ਤੇ ਹੋਰ ਸੇਵਾਦਾਰ ਜਿੰਨੇ ਮਰਜ਼ੀ ਚੱਕ ਲੋ, ਉਹਨਾਂ ਦੀ ਸੇਵਕਾਈ ਚੇਲਿਆਂ ਨਾਲ ਮੇਲ ਨਹੀਂ ਖਾਂਦੀ, ਬਪਤਿਸਮੇ ਨੂੰ ਨਹੀਂ ਮੰਨਦੇ ਪਹਿਲਾਂ। ਹਾਲੇਲੂਇਆ ਹਾਲੇਲੂਇਆ। ਹੋਰ ਗੱਲਾਂ ਨੂੰ ਕਿੱਥੇ ਮੰਨਣਗੇ? ਕਹਿੰਦੇ ਇਹ ਤਾਂ ਰਸੂਲਾਂ ਦੀਆਂ ਗੱਲਾਂ ਮੰਨਣੀਆਂ ਨਹੀਂ, ਇਹ ਤੇ ਯਿਸੂ ਸਿੰਘ ਨੇ ਮੰਨਣੀਆਂ। ਬੜੇ ਲੋਕ ਮੇਰੇ ਸਾਨੂੰ ਹੁਣ ਤੱਕ ਇਹੀ ਕਹਿੰਦੇ ਨਹੀਂ ਜੀ ਅਸੀਂ ਤਾਂ ਮੰਨਣੀਆਂ ਨਹੀਂ ਕਰਨਾ, ਅਸੀਂ ਤਾਂ ਰਸੂਲਾਂ ਦੀਆਂ ਗੱਲਾਂ ਨਹੀਂ ਮੰਨਦੇ, ਨਬੀਆਂ ਦੀਆਂ ਗੱਲਾਂ ਅਸੀਂ ਨਹੀਂ ਮੰਨਦੇ, ਤੇ ਯਿਸੂ ਸਿੰਘ ਦੀਆਂ ਗੱਲਾਂ ਮੰਨਦੇ। ਵੀ ਯਿਸੂ ਮਸੀਹ ਭਰਾ ਦੇ ਨਬੀਆਂ ਤੋਂ ਲੱਗ
ਬਾਈਬਲ ਪੜਾਂਗਾ। ਆਮੀਨ। ਉਹ ਕਹਿੰਦਾ ਜਿਸ ਦੇ ਕੋਲੇ ਮੇਰਾ ਚੇਲਾ ਉਸ ਦੇ ਕੋਲੇ ਮੈਂ, ਜਿਸ ਦੇ ਕੋਲੇ ਮੇਰੇ ਬਚਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਅਗਲਾ ਪੜਿਓ ਜੀ। ਸੂਲਾ ਦਾ ਕਰਤਾ 13 ਦੀ 2 ਹੈ। ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ ਹੈ। ਆਮੀਨ। ਹੁਣ ਇਹ ਪੌਲੁਸ ਕਹਿ ਰਿਹਾ ਕਿ ਮੇਰੀ ਸੇਵਕ ਭਵਿੱਖਬਾਣੀਆਂ ਦੇ ਉੱਤੇ ਆ, ਮੈਂ ਐਵੇਂ ਨਹੀਂ ਆ ਸੇਵਾ ਕਰ, ਪਵਿੱਤਰ ਆਤਮਾ ਨੇ ਮੈਨੂੰ ਬੜਾ ਕੀਤਾ ਵੀ ਇਹਨਾਂ ਨੂੰ ਮੇਰੇ ਕੰਮ ਲਈ ਚੁਣਿਆ। ਹਾਲੇਲੂਇਆ। ਹਾਲੇਲੂਇਆ। ਸੰਤ ਪੌਲੁਸ ਦੀ ਸੇਵਕਾਈ ਪਵਿੱਤਰ ਆਤਮਾ ਦੇ ਆਧਾਰ ਸੀ। ਇਹ ਜਿਹੜਾ ਯੁੱਗ ਦਾ ਲਾਸਟ ਨਵੀਂ ਹੈ, ਇਹਦੀ ਸੇਵਕਾਈ ਵੀ ਭਵਿੱਖਬਾਣੀਆਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ। ਹਾਲੇਲੂਇਆ। ਹਾਲੇਲੂਇਆ। ਔਰ ਜਿੰਨੇ ਸੇਵਾਦਾਰ ਆ, ਕਿਹਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਪੂਰੀ ਹੋਈ ਬਾਈਬਲ ਦੀ, ਜਾਂ ਉਹਨਾਂ ਨੇ ਐਤ ਕੱਢ ਕੇ ਆਪਣੇ ਨਾਲ ਮੈਚ ਕੀਤੀ ਹੋਵੇ ਵੀ ਇਹ ਤਾਂ ਮੇਰੇ ਨਾਲ ਮੈਚ ਹੁੰਦੀ ਹੈ। ਹਾਲੇਲੂਇਆ। ਕਿਸੇ ਦੀ ਨਹੀਂ। ਆਮੇਨ। ਇਹ ਗੱਲਾਂ ਇੱਕ ਨਬੀ ਸੀ ਜਿਹਨੇ ਐਤਾਂ ਕੱਢ ਕੇ ਸਾਰਾ ਬਿਆਨ ਕੀਤਾ ਕਿ ਦੇ ਲੋ ਐਤਾਂ ਕੀਤਾ ਸੀ। ਹਾਲੇਲੂਇਆ। ਹਾਲੇਲੂਇਆ। ਹੋਰ ਪੜੋ ਲੂਕਾ 1:15 ਹੈ। ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈਂ ਨਾ ਮਦ ਪੀਵੇਗਾ ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਵੇਗਾ। ਆਮੇਨ। ਇੱਧਰ ਧਿਆਨ ਦਿਓ ਵੀ ਆਜੋ ਉਹ ਆਪਣੀ ਮਾਂ ਦੀ ਪੇਟ ਤੋਂ ਹੀ ਵੱਖਰਾ ਕੀਤਾ ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਉਹਦੀ ਸੇਵਕਾਈ ਕਦੋਂ ਤੋਂ ਹੋਵੇਗੀ? ਮਾਂ ਦੀ ਕੁੱਖ ਤੋਂ ਹੀ। ਜਿਹੜੇ ਨਬੀ ਆ ਬਣਾਏ ਨਹੀਂ ਜਾਂਦੇ, ਨਾ ਹੀ ਨਬੀ ਸਿਖਾਏ ਜਾਂਦੇ ਆ, ਨਾ ਹੀ ਨਬੀ ਜਦੋਂ ਬਾਈਬਲ ਸਕੂਲ ਚੋਂ ਆਉਂਦੇ ਆ, ਨਬੀ ਪੈਦਾ ਹੁੰਦੇ ਆ। ਮੁਲਜ਼ਰ ਨਬੀ ਪੈਦਾ ਹੁੰਦੇ ਆਪਣੀ ਮਾਂ ਦੀ ਪੇਟ ਤੋਂ ਪੈਦਾ ਹੁੰਦੇ ਆ। ਜਦੋਂ ਜ਼ਰਮੀਆ ਪੈਦਾ ਹੋਇਆ ਸੀ ਤਾਂ ਕਹਿੰਦਾ ਮੈਂ ਤੈਨੂੰ ਤੇਰੀ ਮਾਂ ਦੀ ਕੁੱਖ ਹੋਈ ਨਬੀ ਹੋਣ ਲਈ ਨਬੀ ਉਦੋਂ ਹੀ ਬਣਾਤਾ ਜਦੋਂ ਤੂੰ ਆਪਣੀ ਮਾਂ ਦੀ ਕੁੱਖ ਵਿੱਚ, ਉਦੋਂ ਹੀ ਨਬੀ ਸੀ ਤੂੰ। ਹਾਲੇਲੂਇਆ। ਹਾਲੇਲੂਇਆ। ਇੱਥੇ ਕੀ ਲਿਖਿਆ ਕਿ ਇਹ ਜਿਹੜਾ ਸੇਵਾਦਾਰ ਹੋਵੇਗਾ ਇਹ ਵੀ ਆਪਣੀ ਮਾਂ ਦੀ ਕੁੱਖ ਤੋਂ ਨਬੀ ਹੋਵੇਗਾ। ਯੈਸ। ਆਮੇਨ। ਹਾਲੇਲੂਇਆ। ਹਾਲੇਲੂਇਆ। ਇਹ ਭਵਿੱਖਬਾਣੀਆਂ ਤਾਂ ਚੱਲਦੇ ਥੋੜੀ ਦੇਰ ਉਹਦੀ ਜੀਵਨ ਜਿੱਤੇ ਪਿਆ ਅਜੇ ਕੋ ਥੋੜਾ ਜਿਹਾ ਲੈਣਾ ਹੈ, ਅਜੇ ਤਾਂ ਬਾਰ-ਬਾਰ ਦੇਖ ਰਹੇ। ਹਾਲੇਲੂਇਆ। ਹਾਲੇਲੂਇਆ। ਇਹ ਸੇਵਕਾ ਇਹ ਨਬੀ ਸਤਵਾਂ ਦੂਤ ਹੋਵੇਗਾ। ਦੇਖ ਲਿਆ ਔਰ ਫਿਰ ਵੀ ਜੇ ਨੋਟ ਕਰਨਾ ਕਰ ਸਕਦੇ ਹੋ ਪ੍ਰਕਾਸ਼ ਦੀ ਪੋਥੀ ਦਾ 7 ਇਸ ਦੀ ਸੇਵਕਾਈ ਵੀ ਦੂਸਰੇ ਨਬੀਆਂ ਦੀ ਤਰ੍ਹਾਂ ਡਾਂਟ ਵਾਲੀ ਹੋਵੇਗੀ। ਡਾਂਟ ਕੇ ਪ੍ਰਚਾਰ ਕਰੇਗਾ। ਮੱਤੀ ਦੀ ਨੀਲ 3 ਦੀ 7 ਹੈ। ਮੱਤੀ ਦੀ ਨੀਲ 3 ਦੀ 7 ਹੈ। ਪਰ ਜਾਂ ਉਹਨੇ ਵੇਖਿਆ ਜੋ ਫਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਥੇਰੇ ਮੈਥੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ ਤਾਂ ਉਹਨਾਂ ਨੂੰ ਕਿਹਾ ਕਿ ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਹਨ ਦੱਸਿਆ? ਇਹ ਸੱਪਾਂ ਦੇ ਬੱਚਿਓ, ਏਦਾਂ ਕਹਿ ਕੇ ਗੱਲ ਤੀਜਾ ਹੀ ਚੌਥਾ ਹੀ ਹੁਣ ਨਵੀਂ ਏਦਾਂ ਹੀ ਗੱਲ ਚੌਥਾ ਹੀ ਲਿਖਿਆ ਡਾਂਟ ਕੇ ਪ੍ਰਚਾਰ ਕਰੇਗਾ। ਰੋਬ ਹੋਵੇਗਾ ਉਹਦੀ ਸੇਵਕ, ਲਲਕਾਰ ਹੋਵੇਗੀ। ਆਮੀਨ। ਲਲਕਾਰੇਗਾ ਜਿਵੇਂ ਮੋਸੇਲੀਆ ਨੇ ਲਲਕਾਰਿਆ। ਕਦ ਤੱਕ ਦੋ ਖਿਆਲਾਂ ਤੇ ਚੱਲਦੇ ਰਹੋਗੇ? ਇਸੇ ਤਰ੍ਹਾਂ ਇਹ ਵੀ ਲਾਸਟ ਚੌਥਾ ਜਿਹੜਾ ਇਹ ਵੀ ਲਲਕਾਰ
ਹਾਲੇਲੂਇਆ ਹੁਣ ਜਗਬੇਦੀ ਇੱਥੇ ਤਿਆਰ ਹੋ ਰਹੀ ਆ, ਇਸਰਾਇਲ ਚ ਨਹੀਂ ਤਿਆਰ ਹੋਣੀ। ਨਾਲੇ ਉੱਥੇ ਦੋ ਜਾਣੇ ਆ ਰਹੇ ਆ, ਇਹ ਇਕੱਲੇ ਦੀ ਗੱਲ ਕਰ ਰਹੇ, ਉੱਥੇ ਦੋ ਆ ਰਹੇ, ਉੱਥੇ ਦੋ ਗਵਾਹ, ਹਮੇਸ਼ਾ ਦੋ ਕਹਿ ਕੇ ਗੱਲ ਕੀਤੀ ਗਈ। ਇਹ ਜਿਹੜੀ ਜਗਬੇਦੀ ਦਾ ਸੁਧਾਰ ਕੀਤਾ ਇਕੱਲੇ ਏਲੀਆ ਨੇ ਕੀਤਾ, ਕੋਈ ਮੂਸਾ ਨਹੀਂ ਹੈਗਾ ਨਾਲ। ਹਾਲੇਲੂਇਆ ਇਹਦਾ ਮਤਲਬ ਚੌਥਾ ਏਲੀਆ ਹੈਗਾ ਜਾਂ ਨਹੀਂ ਹੈਗਾ? ਸਾਫ ਸ਼ਬਦਾਂ ਚ ਹੈਗਾ ਕਿ ਨਾ? ਇਹ ਲੋਕਾਂ ਨੇ ਭਰਮਾ ਲਿਆ ਮੈਸੇਜ ਵਾਲਿਆਂ ਨੂੰ, ਅੱਧੋ ਵੱਧ ਭਰਮਾਏ ਜਾ ਕੇ ਮੈਸੇਜ ਵਾਲੇ ਵੀ ਚੌਥਾ ਏਲੀਆ ਹੈ ਹੀ ਨਹੀਂ, ਕਿਉਂਕਿ ਕੋਈ ਡਿਟੇਲ ਚ ਦੱਸਦਾ ਹੀ ਨਹੀਂਗਾ। ਨਾ ਹੀ ਲੋਕ ਸਿੱਖਣਾ ਚਾਹੁੰਦੇ, ਲੋਕਾਂ ਕੋਲ ਟਾਈਮ ਨਹੀਂ। ਹੁਣ ਕਿੰਨਾ ਪ੍ਰਚਾਰ ਪਾ ਦਿੱਤਾ ਬਾਅਦ ਚੋਂ। ਹਾਲੇਲੂਇਆ ਹਾਲੇਲੂਇਆ। ਹਾਂਜੀ ਅਗਲਾ दूसरा तिमोथियस 4 की दसना पैना सेव का कितने कितने बाइबल ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਵਿਸ਼ੇ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨ। ਆਮੀਨ। ਉਦੋਂ ਵੀ ਐ ਹੋਇਆ ਸੀ, ਉਸ ਦੇ ਟਾਈਮ 'ਚ ਵੀ ਲੋਕਾਂ ਨੇ ਖਰੀ ਸਿੱਖਿਆ ਨਹੀਂ ਪੜ੍ਹੀ। ਅੱਜ ਦੇ ਦਿਨਾਂ ਦੇ ਵਿੱਚ ਵੀ ਲੋਕ ਫਿਰ ਤੋਂ ਖਰੀ ਸਿੱਖਿਆ ਨਹੀਂ ਲੈਂਦੇ, ਝੂਠੀ ਸਿੱਖਿਆ ਵੱਲ ਬਹੁਤ ਧਿਆਨ ਹੈ ਲੋਕਾਂ ਦਾ। ਖਰੀ ਸਿੱਖਿਆ ਤੇ ਨਹੀਂ ਚੱਲਦੇ ਲੋਕ, ਖਰਾ ਵਚਨ ਨਹੀਂ ਲੋਕਾਂ ਨੂੰ ਪਸੰਦ, ਝੂਠਾ ਵਚਨ ਲੋਕਾਂ ਨੂੰ ਵਾਲਾ ਪਸੰਦ। ਅਗਲਾ ਹੈਗਾ ਉਹ ਦੂਸਰੇ ਨਬੀਆਂ ਵਾਂਗ ਕੋਈ ਸੰਸਥਾ ਨਹੀਂ ਬਣਾਊਗਾ। ਇਹ ਉਹਦੀ ਸੇਵਕ ਖਾਸ ਸੀ। ਨਬੀ ਨੇ ਨਾ ਪੁਰਾਣੇ ਕਦੇ ਵੀ ਇਹ ਰਿਕਾਰਡ ਹੈ, ਕਦੇ ਵੀ ਇੱਕ ਸੱਚਾ ਨਬੀ ਸੰਸਥਾ ਨਹੀਂ ਬਣਾਉਂਦਾ। ਕਦੇ ਵੀ ਇੱਕ ਨਬੀ ਸੰਸਥਾ ਵਿੱਚ ਨਹੀਂ ਰਹਿੰਦਾ। ਇੱਕ ਨਬੀ ਸੰਸਥਾ ਦੇ ਲਈ ਕੰਮ ਨਹੀਂ ਕਰਦਾ। ਇੱਕ ਨਬੀ ਆਪਣਾ ਰੁਤਬਾ ਵੇਚਦਾ ਨਹੀਂ ਨਾ ਕਦੇ ਵੀ। ਪੈਸੇ ਧੇਲੇ ਦੇ ਪਿੱਛੇ ਭਵਿੱਖਬਾਣੀਆਂ ਨਹੀਂ ਕਰਦਾ। ਇੱਕ ਸੱਚੇ ਨਬੀ ਦੀ ਪਛਾਣ। ਨਬੀ ਕਦੇ ਵੀ ਮਿਸ਼ਨ ਨਹੀਂ ਬਣਾਉਂਦਾ ਕਿ ਆਓ ਉੱਠੀਏ ਤੇ ਹੁਣ ਇੱਕ ਮਿਸ਼ਨ ਬਣਾ ਲਈਏ। ਮਿਸ਼ਨ ਨਹੀਂ ਬਣਾਉਂਦਾ। ਝੂਠੇ ਨਬੀ ਮਿਸ਼ਨਾਂ ਬਣਾਉਂਦੇ ਆ। ਇਹ ਜਿੰਨੇ ਡਾਕਟਰ ਹੋਏ, ਜਿੰਨੇ ਇਹਨਾਂ ਨੇ ਸਭ ਨੇ ਮਿਸ਼ਨਾਂ ਬਣਾਈਆਂ, ਸਾਰਿਆਂ ਨੇ ਮਿਸ਼ਨਾਂ ਬਣਾਈ, ਪਰ ਨਬੀ ਨੇ ਕੋਈ ਵੀ ਮਿਸ਼ਨ ਨਹੀਂ ਬਣਾਇਆ। ਐਂਡ ਦਾ ਮੈਸੇਜ ਕੋਈ ਮਿਸ਼ਨ ਨਹੀਂ ਹੈਗਾ। ਹਾਲੇਲੂਇਆ ਹਾਲੇਲੂਇਆ। ਹੁਣ ਦੇਖੋ ਨਬੀ ਦੀ ਲਾਈਫ। ਭਾਈ ਵਿਲੀਅਮ ਬਰਾਨ, ਇੱਧਰ ਧਿਆਨ ਦੇਣਾ, ਉਹ ਸਿਖਾਉਣਾ ਨਹੀਂ, ਮੈਂ ਕਹਾਣੀ ਸੁਣਾਉਂਦਾ। ਭਾਈ ਵਿਲੀਅਮ ਬਰਾਨ, ਪੂਰਾ ਨਾਮ ਹੈ ਭਾਈ ਦਾ ਵਿਲੀਅਮ ਮੈਰੀਅਨ ਬਰਾਨ। ਛੋਟੇ ਹੁੰਦੇ ਨੂੰ ਬਿੱਲੀ ਕਹਿੰਦੇ, ਛੋਟ ਵਿਲੀਅਮ ਤੋਂ ਬਿੱਲੀ ਕਹਿੰਦਾ, ਜਿਹੜਾ ਸੀ ਸ਼ਾਹ ਤੋਂ ਸ਼ਾਹ ਹੋਈ ਜਾਂਦਾ। ਛੋਟ ਵੀ ਮਾਵਾ ਸੌਖਾ ਨਾ ਲਾ ਦਿੰਦੇ, ਪਰ ਪੱਕਦਾ ਤਾਂ ਅਸਲੀ ਹੁੰਦਾ। ਆਮੀਨ ਆਮੀਨ। ਵਿਲੀਅਮ ਬਰਾਨ ਇੱਕ ਬਹੁਤ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ। ਉਹਦੇ ਮਾਂ-ਬਾਪ ਬਹੁਤ ਗਰੀਬ ਸੀ, ਅਨਪੜ੍ਹ ਸੀ। ਵਿਲੀਅਮ ਬਰਾਨ ਨੇ ਉਹਦੇ ਸਾਰੀ ਆਪਣੀ ਜੀਵਨੀ ਦੱਸੀ ਹੈ। ਬਹੁਤ ਵਾਰ ਉਹਨੇ ਜੀਵਨੀ ਤੇ ਪ੍ਰਚਾਰ ਕੀਤਾ, ਮਾਈ ਲਾਈਫ ਸਟੋਰੀ ਨਬੀ ਨੇ ਪ੍ਰਚਾਰ ਕੀਤਾ। ਮਾਈ ਲਾਈਫ ਸਟੋਰੀ ਨਾਮ ਹੀ ਤੇ ਜਿਵੇਂ ਦੂਤ ਮੇਰੇ ਕੋਲ ਆਇਆ, ਉਹ 'ਚ ਵੀ ਉਹਨੇ ਆਪਣੀ ਗਵਾਹੀ ਦਿੱਤੀ। ਜਗ੍ਹਾ ਜਗ੍ਹਾ ਤੇ ਉਹ ਆਪਣੀ ਗਵਾਹੀ ਸ਼ੁਰੂ ਕਰ ਦਿੱਤੀ। ਸਾਰੇ ਸੇਵਾਦਾਰੀ ਕਰ ਲੈਂਦੇ ਵੈਸੇ। ਸੋ ਨਬੀ ਦਾ ਪਰਿਵਾਰ ਪਾਲਣ ਪੋਸ਼ਣ ਬਹੁਤ ਵਧੀਆ ਨਹੀਂ ਸੀ। ਨਬੀ ਦੱਸਦਾ ਸੀ ਕਿ ਮੇਰੀ ਮਾਂ ਮੇਰੇ ਤੋਂ ਬਸ 16-17 ਸਾਲ ਦੀ, ਬਹੁਤ ਛੋਟੀ ਉਮਰ ਦੀ ਮਾਂ ਦੇ ਬੱਚੇ ਪੈਦਾ ਹੋਇਆ ਸੀ।
ਛੱਡ ਜੀ ਜਿਵੇਂ ਤੁਸੀਂ ਛੱਡ ਦਿੱਤੇ। ਇਸ ਤਰ੍ਹਾਂ ਛੱਡ ਕੇਵਲ ਦੇ ਵਿੱਚ ਹੀ ਉਹ ਪੈਦਾ ਹੋਇਆ ਸੀ। ਜਦੋਂ ਪੈਦਾ ਹੋਇਆ ਤਾਂ ਉਹਦੀ ਗਵਾਹੀ ਦਿੱਤੀ ਗਈ, ਉਹਦੀ ਦਾਈ ਮਾਂ ਨੇ ਗਵਾਹੀ ਦਿੱਤੀ। ਇੱਕ ਜੋ ਜਦੋਂ ਪੈਦਾ ਹੋਇਆ ਖਿੜਕੀ ਵਿੱਚ ਇਹਦੇ ਸਿਰ ਤੇ ਪਿਆ, ਕਹਿੰਦੀ ਮੈਂ ਦੇਖਦੀ ਰਹੀ, ਡਰ ਗਈ, ਮਾਇਆ ਸਮਾਨ ਨੂੰ ਦੱਸਿਆ ਕਿ ਰੋਸ਼ਨੀ ਚੱਲ ਰਹੀ ਹੈ। ਸੋ ਉਹਨਾਂ ਨੇ ਕਿਹਾ ਚਲੋ ਸਾਡੇ ਕਿਉਂਕਿ ਉਹਦਾ ਜਿਹੜਾ ਪਿਓ ਸੀ ਉਹ ਸ਼ਰਾਬ ਵੇਚਦਾ ਹੁੰਦਾ ਹੈ। ਨਵੀਂ ਦਾ ਪਿਓ ਕੋਈ ਵਧੀਆ ਜ਼ਿੰਦਗੀ ਨਹੀਂ ਸੀ, ਸ਼ਰਾਬ ਸ਼ੁਰੂ ਵੇਚਦੇ ਹੁੰਦੇ ਸੀ। ਕਹਿੰਦਾ ਕੋਈ ਧਾਰਮਿਕ ਪਰਿਵਾਰ ਨਹੀਂ ਸੀ ਸਾਡਾ ਪਰਿਵਾਰ, ਕੋਈ ਧਾਰਮਿਕ ਪਰਿਵਾਰ ਨਹੀਂ। ਔਰ ਪਰਮੇਸ਼ਵਰ ਨੇ ਉਹਨੂੰ ਇੱਕ ਨਵੀਂ ਹੋਂਦ ਦੇ ਵਿੱਚ ਚੁਣਿਆ ਸੀ, ਬਹੁਤ ਵੱਡਾ। ਜਦੋਂ 3 ਸਾਲ ਦਾ ਸੀ ਉਹ, ਤਾਂ ਉਹਨੂੰ ਉਦੋਂ ਕੋਈ ਦਰਸ਼ਨ ਦਿਖਾਈ। ਮੈਂ ਆਪਣੀ ਮੰਮੀ ਨੂੰ 3 ਸਾਲ ਦੇ ਨੇ ਦਰਸ਼ਨ ਦੱਸ ਦਿੱਤਾ ਹੀ, ਕਹਿੰਦਾ ਆਪਣਾ ਘਰ ਜੈਫਰਸਨ ਦੇ ਵਿੱਚ। ਛੋਟੇ ਹੁੰਦੇ ਕੈਂਟਕੀ ਤੇ ਜੈਫਰਸਨ ਮੇਰੇ ਦਾ ਬਹੁਤ ਫਰਕ ਹੈ। ਜਿਵੇਂ ਆਪਾਂ ਇੱਥੇ ਆ ਤੇ ਆਪਾਂ ਕਹੀਏ ਦਿੱਲੀ ਗਿਆ ਤਾਂ ਮਾਂ ਬਾਪ ਤਾਂ ਦਿੱਲੀ ਦਾ ਸੀ ਵੀ ਨਹੀਂ ਕਦੇ ਦੇਖਿਆ ਹੈ ਨਾ। ਤਾਂ ਉਹ ਇੱਦਾਂ ਜੈਫਰਸਨ ਮੇਰੇ ਚ ਕਹਿੰਦਾ ਉਹ ਉਦੋਂ ਤਾਂ ਉਹਦੀ ਮਾਂ ਯਕੀਨ ਨਹੀਂ ਸੀ ਕਰਦੀ ਉਹਦੇ ਸੁਣਦਿਆਂ ਦੇ ਦਰਸ਼ਨ। ਫਿਰ ਇੱਕ ਦਿਨ ਉਹ ਕਿਸੇ ਜਗ੍ਹਾ ਤੇ ਖੇਡ ਰਿਹਾ ਸੀ, ਉੱਥੋਂ ਇੱਕ ਦਰਖਤ ਦੇ ਵਿੱਚੋਂ ਹਨੇਰੀ ਚੱਲਣ ਲੱਗੀ। ਹਨੇਰੀ ਨੂੰ ਡਿੱਗ ਪਿਆ ਤੇ ਜਦੋਂ ਡਿੱਗਿਆ ਤੇ ਆਵਾਜ਼ ਆਈ ਦਰਖਤ ਵਿੱਚੋਂ ਕਿ ਬਿੱਲੀ ਕਿ ਤੂੰ ਆਪਣਾ ਬਈ ਤੂੰ ਨਸ਼ਾ ਨਹੀਂ ਕਰਨਾ, ਪੀੜੀਆਂ ਦੀ ਪੀੜੀਆਂ ਗਲਤ ਜਨਾਨੀਆਂ ਦੇ ਨਾਲ ਪਾਪ ਨਹੀਂ ਕਰਨਾ, ਤੂੰ ਮੇਰਾ ਬੱਚਾ ਵਾ, ਮੈਂ ਤੈਨੂੰ ਖਾਵਾਂ ਲੈਣਾ ਹੈ। ਤਾਂ ਉਹ ਡਰ ਗਿਆ, ਬੱਚਿਆ ਆਇਆ ਤੇ ਮਾਂ ਨੂੰ ਪੁੱਛਿਆ, ਕਹਿੰਦਾ ਉੱਠਾ ਗੱਲਾਂ ਕਰਦਾ, ਉਹ ਚੋਂ ਗੱਲਾਂ ਆਉਂਦੀਆਂ। ਉਹ ਕਹਿੰਦਾ ਨਹੀਂ ਲੇਖਾ ਕਰਨਾ, ਗੱਲਾਂ ਨਹੀਂ ਤੇਰੇ ਨਾਲ ਹੁੰਦੀਆਂ। ਪਰ ਉਹ ਜਦੋਂ ਕਿਤੇ ਬਾਹਰ ਖੇਡਣ ਜਾਣਾ ਦੋਸਤਾਂ ਨਾਲ, ਉਹ ਦੁਖੀ ਬਹੁਤ ਰਹਿੰਦਾ ਵੀ ਕਿਹੜੀ ਚੀਜ਼ ਆ ਮੇਰੇ ਨਾਲ ਰਹਿੰਦੀ। ਬੱਚਿਆਂ ਨਾਲ ਖੇਡਣਾ, ਉਦੋਂ ਆਵਾਜ਼ਾਂ ਆਉਣ ਲੱਗ ਜਾਣੀਆਂ ਉਹਦੇ ਕੰਨਾਂ 'ਚ, ਕਿਉਂਕਿ ਜਿਹੜਾ ਨਬੀ ਹੁੰਦੇ ਆ ਉਹ ਇੱਕੋ ਟਾਈਮ ਦੇ ਵਿੱਚ ਕਿਸੇ ਹੋਰ ਜਗ੍ਹਾ ਤੇ ਨਹੀਂ ਹੁੰਦੇ। ਕੰਨਾਂ 'ਚ ਆਵਾਜ਼ਾਂ ਆਈ ਜਾਣੀਆਂ, ਉਹ ਇੱਕ ਵਾਰ ਆਇਆ ਹੋਣ ਜਾ ਰਿਹਾ, ਆਇਆ ਹੋਣ ਜਾ ਰਿਹਾ, ਆਇਆ ਹੋਣ ਜਾ ਰਿਹਾ। ਉਹਨੂੰ ਪਤਾ ਨਹੀਂ ਸੀ ਲੱਗਦਾ, ਉਹਦੀ ਤਾਂ ਜ਼ਿੰਦਗੀ ਲੰਮੀ ਸੀ, ਹੈਰਾਨ ਸੀ ਵੀ ਕੀ ਹੋਈ ਜਾਂਦਾ ਮੇਰੇ ਨਾਲ, ਹੈ ਨਾ। ਉਹ ਕਹਿੰਦੀ ਕਿ ਤਾਂ ਮੈਂ ਇੰਨਾ ਕੁਛ ਔਖਾ ਮੋਰੇ ਦਰਸ਼ਨ ਆ ਜਾਣੇ। ਤਾਂ ਫਿਰ ਉਹਨੇ ਇੱਕ ਸੁਪਨਾ ਦੇਖਿਆ ਸੀਗਾ, ਉਦੋਂ ਹੋ ਗਿਆ 9 ਸਾਲ ਦਾ। ਉਹ ਕਹਿੰਦਾ ਵੀ ਇੱਥੇ ਇੱਕ ਪੁਲ ਬਣੂਗਾ ਤੇ ਇੱਥੋਂ ਦੀ ਪੁਲ ਲੰਘਿਆ ਕਰੂਗਾ, ਉਹ ਪੁਲ ਅੱਧ ਵਿਚਕਾਰ ਤੱਕ ਹੀ ਬਣੂਗਾ, ਫਿਰ ਉਹ ਢਹਿ ਜਾਊਗਾ, ਉਹਦੇ ਥੱਲੇ 28 ਜਾਣੇ ਆ ਕੇ ਮਰ ਜਾਣਗੇ। ਛੋਟਾ ਜਿਹਾ ਦੱਸਦਾ ਹੁੰਦਾ ਸੀਗਾ। ਤਾਂ ਉਹ ਪੁਲ ਵੀ ਬਣ ਲੱਗ ਗਿਆ, ਪੁਲ ਥੱਲੇ 16 ਦਾ 16 ਬੰਦੇ ਦਾ ਉਹ ਮਰ ਗਏ ਭਾਈ। ਉਹਦੀ ਖਬਰ ਛਪੀ, ਉਹਦੀ ਮਾਂ ਕੋਲ ਕੋਲਾ ਲਿਆ ਜਾ ਕੇ, ਫਿਰ ਉਹਦੀ ਮਾਂ ਉਹ ਪਿਆਰ ਕਰਨ ਲੱਗੀ ਵੀ ਹੈਗੀ ਗੱਲਬਾਤ ਇਹਦੇ ਚ, ਇਹ ਤਾਂ ਬਹੁਤ ਦੱਸਦਾ ਇਹ ਤਾਂ ਸੱਚੀਆਂ ਗੱਲਾਂ ਦੱਸਦਾ। ਤਾਂ ਮੁੰਡਾ ਕਹਿੰਦਾ ਹਾਲੇ ਲਈ ਫਿਰ ਉਹਦੇ ਦੋਸਤ ਮਿੱਤਰ ਉਹਨੂੰ ਚੜਾਉਂਦੇ ਹੁੰਦੇ ਵੀ ਤੂੰ ਤਾਂ ਕੁੜੀਆਂ ਅੰਤਰੇ ਰਹਿਣਾ ਨਾ, ਕੁੜੀਆਂ ਨੂੰ ਛੇੜਦਾ। ਉਹ ਕਹਿੰਦੇ ਕੁੜੀਆਂ ਨੂੰ ਛੇੜ, ਵੱਡਾ ਹੁੰਦਾ 13-14 ਸਾਲ ਦਾ, ਉਹ ਕਹਿੰਦੇ ਤੂੰ ਬੀੜੀ ਵੀ ਨਹੀਂ ਪੀਂਦਾ, ਤੂੰ ਸੈਕਟਾ ਵੀ ਨਹੀਂ ਪੀਂਦਾ। ਮੈਂ ਦੱਸ ਇਹ ਤੇਰੀ ਕੋਈ ਜ਼ਿੰਦਗੀ ਹੈ, ਇਹ ਤੂੰ ਕੁੜੀ ਪੈਦਾ ਹੋ ਜਾਂਦਾ। ਕਹਿੰਦਾ ਮੈਨੂੰ ਚੜਾਉਂਦੇ ਆਦੇ ਤੂੰ ਤਾਂ ਕੁੜੀ ਹੈ, ਤੂੰ ਕੁੜੀ ਹੈ, ਤੂੰ ਕੁੜੀ ਹੈ। ਤੇ ਕਹਿੰਦਾ ਮੈਂ ਇੱਕ ਦਿਨ ਬੜਾ ਹੀ ਦੁਖੀ ਹਾਂ, ਕਹਿੰਦਾ ਮੈਂ ਅੱਜ ਪੀ ਕੇ ਦੱਸੂਗਾ। ਅੱਜ ਤਾਂ ਕਹਿੰਦਾ ਮੇਰੀ ਤੇ ਆਪ ਹੀ ਗੱਲਾਂ ਸੁਣਾਈ ਜਾਂਦੀ ਸਾਰੀ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਅੱਜ ਮੈਂ ਪੀ ਲੈਣਾ ਪਿਆ, ਮੈਨੂੰ ਬਹੁਤ ਸੈਕਟ ਕਹਿੰਦਾ ਮੈਂ ਸੈਕਟ ਫੜ ਕੇ ਕਹਿੰਦਾ ਮੂੰਹ ਵਿੱਚ ਜਦੋਂ ਲਾ ਕੇ ਕੱਸ ਖਿੱਚਿਆ, ਕਹਿੰਦਾ ਮੈਂ ਦਿਮਾਗ ਮੈਂ ਤਾਂ ਭੱਜ ਲਿਆ, ਕਹਿੰਦਾ ਉੱਥੋਂ ਹੀ ਕਹਿੰਦਾ ਭੱਜਿਆ ਆਇਆ। ਕਹਿੰਦਾ ਮੈਂ ਕਿਹਾ ਵੀ ਇਹ ਕੀ ਗੱਲ, ਕਹਿੰਦਾ ਮੈਨੂੰ ਆਵਾਜ਼ ਆਈ ਜਾਂ ਤੂੰ ਇਹ ਨਹੀਂ ਕਰਨਾ ਸੀ, ਤੂੰ ਇਹ ਨਹੀਂ ਕਰਨਾ ਸੀ, ਇਹ ਤੂੰ ਕੀ ਕੀਤਾ, ਇਹ ਤੂੰ ਕੀ ਕੀਤਾ, ਇਹ ਤੂੰ ਕੀ ਕੀਤਾ, ਇਹ ਤੂੰ ਕੀ ਕੀਤਾ। ਕਹਿੰਦਾ ਫਿਰ ਮੈਂ ਕਹਿੰਦਾ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਮੈਂ ਲੱਗੀ ਹੁੰਦਾ ਬਚਪਨ ਤੋਂ ਹੋਈ ਜਾਂਦਾ। ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਮੈਂ ਕਿਹੜਾ ਚੱਜ ਜਾਂਦੀ, ਮੈਂ ਤਾਂ ਪਤਾ ਨਹੀਂ ਇਹ ਚੀਜ਼ਾਂ ਬਾਰੇ। ਤੇਰੇ ਪਿਓ ਨੂੰ ਪੁੱਛ ਲੈ, ਉਹ
ਸ਼ਰਾਬੀ ਪਾਪੀ ਪਿਓ ਵਿਚਾਰਾ, ਉਹ ਵੀ ਕੀ ਕੁਛ ਦੱਸਦਾ, ਉਹ ਕਹਿੰਦਾ ਤੂੰ ਮੁੰਡਾ ਹੈਗਾ ਸਿਸਟਰ ਵਾਲਾ ਸ਼ੋਰ ਕੁੜੀਆਂ ਨੇ ਮੇਰਾ, ਤੂੰ ਨਾ ਇਹਨਾਂ ਗੱਲਾਂ ਚ ਪੈ, ਉਹ ਐ ਪਿਆਰ ਨਾਲ ਕਰਕੇ ਫਿਰ ਉਹ ਆਪ ਹੀ ਚਲਾ ਗਿਆ ਕੋਲ ਚਲੇ ਗਿਆ। ਤਾਂ ਉਹ ਜੰਗਲ ਚ ਚਲਾ ਗਿਆ, ਉਹਨਾਂ ਦਿਨਾਂ ਜੰਗਲ ਬਹੁਤ ਸੀ, ਆਪਣੇ ਤੋਂ ਬੜੇ ਬੜੇ ਵੱਡੇ ਜੰਗਲ ਹੋਏ। ਇਹ ਗੱਲ ਜਿਹੜੀ ਹੈ 1920 ਨੂੰ ਦੀ ਸਟਾਰਟ, 1909 ਦੇ ਵਿੱਚ ਪੈਦਾ ਜਨਮ ਹੋਇਆ ਸੀ, 1906 ਚ ਜਨਮ ਹੋਇਆ ਸੀ। ਤੋਂ ਇਹ 22 ਦੀ ਗੱਲ ਹੋ, 24 ਦੀ ਹੋ, 18 ਸਾਲ ਦਾ ਹੋ ਗਿਆ ਸੀ ਤਾਂ ਵਿਆਹ ਹੋ ਗਿਆ ਸੀ। ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੰਦੇ ਆ, ਵਿਆਹ ਚ ਆਪਣੇ ਵੀ ਹੁਣ ਚੱਲੇ ਗਏ ਕੰਮ, ਛੋਟੀ ਛੋਟੀ ਉਮਰ ਚ ਵਿਆਹ ਕਰਾ ਕੇ ਚੱਲ ਉਸ ਵੇਲੇ ਉਹ ਵੱਡਾ ਕੰਮ ਜਿਹਾ ਤੁਰਿਆ ਹੈ ਨਾ। ਇਸੇ ਤਰ੍ਹਾਂ ਮੈਂ ਵੀ ਆਪ ਨੂੰ ਇਸ ਵਕਤ ਨਹੀਂ ਸੀ, ਵਿਆਹ ਕਰਾ ਲਿਆ, ਉਹਦੇ ਘਰ ਵਾਲੇ ਦਾ ਕੰਮ ਸੀ ਉਹ। ਤਾਂ ਉਹ ਚਲਾ ਗਿਆ ਇੱਕ ਦਿਨ ਜੰਗਲ ਦੇ ਵਿੱਚ, ਜੰਗਲ ਦੇ ਵਿੱਚ ਨਵੀਂ ਨੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਤਾਂ ਕਹਿੰਦਾ ਮੈਨੂੰ ਆਉਂਦੀ ਨਹੀਂ ਸੀ, ਕਹਿੰਦਾ ਮੈਂ ਕਿਹਾ ਵੀ ਜੇ ਕੋਈ ਵੱਡਾ ਪਰਮੇਸ਼ਰ ਤੇ ਲੰਘੇ ਉਹ ਮੇਰੇ ਨਾਲ ਜ਼ਰੂਰ ਗੱਲ ਕਰੇ, ਜਿਹੜਾ ਵੀ ਕਿਤੇ ਕੋਈ ਪਰਮੇਸ਼ਰ ਆ ਨਾ, ਜੇ ਕੋਈ ਹੈ ਸੱਚੀ ਮੁੱਚੀ ਤਾਂ ਮੇਰੇ ਨਾਲ ਗੱਲ ਜ਼ਰੂਰ ਕਰੇ। ਉਹਨੂੰ ਲਿਖ ਕੇ ਲਾਤਾ ਬੋਲ ਰੱਖ ਦਿੱਤੇ। ਕਹਿੰਦਾ ਮੈਂ ਉਹ 12 ਵੱਜ ਕੇ ਕਰਨਾ, ਮੈਂ ਜੇ ਹੁਣ ਭੱਜਣਾ ਤੇਰਾ ਵੀ ਹੋ ਗਿਆ ਅੱਜ ਤੰਦੇ, ਮੈਂ ਜਾਣ ਕੇ ਜਾਣਾ ਆਉਣਾ ਮੇਰੇ ਨਾਲ ਗੱਲਾਂ ਕਰਦਾ। ਕਹਿੰਦਾ ਫਿਰ ਅੱਧੀ ਰਾਤ ਨੂੰ ਜਦੋਂ ਇੱਕ ਨਾ ਚਾਨਣੀ ਚਾਨਣ ਹੋ ਗਿਆ ਜੰਗਲ ਦੇ ਵਿੱਚ, ਕਹਿੰਦਾ ਮੈਂ ਭੱਜ, ਕਹਿੰਦਾ ਮੈਂ ਭੱਜਣ ਲੱਗਾ, ਕਹਿੰਦਾ ਨਹੀਂ ਥੋੜਾ ਜਿਹਾ ਭੱਜ ਕੇ ਫਿਰ ਮੁੜਿਆ, ਭੱਜਣਾ ਨਹੀਂ ਅੱਜ, ਦੇਖੀ ਚਲੋ ਜਾ ਮਾਰੀ ਨਾ ਜਾਏ, ਅੱਜ ਗੱਲ ਕਰਕੇ ਜਾਣੀ ਹੈ ਮਿਸ਼ਨ। ਕਹਿੰਦਾ ਮੇਰੇ ਵੱਲ ਨੂੰ ਆਈ ਜਾਵੇ ਰੋਸ਼ਨੀ, ਕਹਿੰਦਾ ਮੇਰੇ ਵੱਲ ਨੂੰ ਆਈ ਜਾਵੇ, ਕਹਿੰਦਾ ਮੈਂ ਗਿਆ ਹਾਲੇਲੂਇਆ ਹਾਲੇਲੂਇਆ। ਕਹਿੰਦਾ ਮੈਂ ਹੱਥ ਨੂੰ ਪਾਸ, ਕਹਿੰਦਾ ਮੈਂ ਪਰਿਵਾਰ ਵਿੱਚ ਗਿਆ ਮਿਲੀ ਮਿਲੀ ਮਿਲੀ, ਹਾਂਜੀ ਹਾਂਜੀ ਦੱਸੋ, ਕਹਿੰਦਾ ਮੈਂ ਜਬਰਾਇਲ ਫਰਿਸ਼ਤਾ, ਮੈਂ ਜਬਰਾਇਲ ਫਰਿਸ਼ਤਾ ਆਇਆ ਸੀ, ਮੈਂ ਜਬਰਾਇਲ ਫਰਿਸ਼ਤਾ, ਤੂੰ ਇੱਥੇ ਸਵਾਲ ਜਾਣਨਾ ਨਹੀਂ ਆਇਆ, ਮੈਂ ਤੈਨੂੰ ਉਹੀ ਦੱਸਾਂਗਾ। ਸਰਵ ਸ਼ਕਤੀਮਾਨ ਹਜ਼ੂਰੀ ਚੋਂ ਮੈਨੂੰ ਭੇਜਿਆ ਗਿਆ, ਸਰਵ ਸ਼ਕਤੀਮਾਨ ਦੀ ਹਜ਼ੂਰੀ ਵਿੱਚੋਂ ਮੈਨੂੰ ਭੇਜਿਆ ਗਿਆ। ਤੂੰ ਇੱਕ ਨਬੀ ਹੋਵੇਗਾ, ਤੂੰ ਇੱਕ ਨਬੀ ਹੋਵੇਗਾ। ਤੈਨੂੰ ਵਰਦਾਨ ਦਿੱਤੇ ਗਏ, ਕੋਈ ਦੀਵਾਰ ਤੇਰੇ ਸਾਹਮਣੇ ਕੰਮ ਨਹੀਂ ਕਰੂਗੀ, ਦੀਵਾਰ ਤੋਂ ਬਾਹਰ ਵੀ ਤੂੰ ਲੋਕਾਂ ਦੇ ਦਿਲ ਪੜ ਲਿਆ, ਲੋਕਾਂ ਦੇ ਦਿਲ ਪੜਿਆ, ਕੋਈ ਵੀ ਰੋਗ ਨਹੀਂ ਤੇਰੇ ਮੂਹਰੇ ਖੜੂਗਾ, ਕੋਈ ਵੀ ਰੋਗ, ਚਾਹੇ ਜਿੱਦਾਂ ਮਰਜ਼ੀ ਰੋਗੀ ਆ ਜਾਊਗਾ, ਚਾਹੇ ਕੈਂਸਰ ਹੋਵੇ, ਚਾਹੇ ਟੀਵੀ ਹੋਵੇ। ਕੈਂਸਰ ਸੀ ਉਹਨਾਂ ਦਿਨਾਂ ਚ ਮਸ਼ਹੂਰ ਹੋ ਗਿਆ ਸੀ, ਕਹਿੰਦਾ ਕੈਂਸਰ ਵੀ ਤੇਰੀ ਦੁਆ ਦੇ ਮੂਹਰੇ ਖੜੂਗਾ। ਕਹਿੰਦਾ ਇਹ ਉਹ ਕਹਿ ਕੇ ਰੋਗ ਹੋ ਗਿਆ। ਕਹਿੰਦਾ ਮੈਂ ਆ ਕੇ ਬਸ ਬਾਈਬਲ ਲੈ ਲਈ, ਉਹਨਾਂ ਨੂੰ ਬਾਈਬਲ ਹੀ ਪੜ੍ਹੀ ਜਾਣੀ, ਸਾਰਾ ਬਾਈਬਲ ਹੀ ਪੜ੍ਹੀ ਜਾਣੀ। ਚੌਕ ਦੇ ਵਿੱਚ ਕਹਿੰਦਾ ਮੈਂ ਬਹਿ ਜਾਣਾ, ਸਾਡੇ ਕਹਿੰਦਾ ਚੌਕ ਉਹ ਪਿੰਡ ਦਾ ਕੋਈ ਛੋਟਾ, ਉੱਥੇ ਖੜ ਕੇ ਕਹਿੰਦਾ ਮੈਂ ਬਾਈਬਲ ਹੀ ਪੜ੍ਹੀ ਜਾਣੀ, ਬਾਈਬਲ ਹੀ ਪੜ੍ਹੀ। ਰਸਤੇ ਚ ਆਉਂਦੇ ਜਾਂਦੇ ਲੋਕ ਕਾਰਾਂ ਕੋਲ ਰੋਕ ਕੇ ਕਹਿੰਦਾ ਮੈਨੂੰ ਕਿਹੜੇ 2 ਸੈਂਟ ਸੈੱਟ ਜਾਣੇ, ਕਿਹੜੇ 3 ਸੈਂਟ ਸੈੱਟ ਜਾਣੇ, ਕੋਈ ਉਹ ਕਸਮ ਕੋਈ ਡਾਲਰ ਵੀ ਨਹੀਂ ਦਿੰਦਾ ਹੀ, ਕਹਿੰਦਾ ਮੈਨੂੰ ਉਹ ਸੋਚਦੇ ਵੀ ਇਹ ਕੋਈ ਪ੍ਰਚਾਰ ਹੈ, ਕਲਾ ਦਾ ਬਣਾਉਣਾ ਵੀ ਤਕੜੇ ਗੋਲ ਜਾਂਦੇ, ਇੱਥੇ ਕੋਈ ਤਕੜਾ ਹੀ ਹੋ ਜਾਵੇ, ਇਹ ਵੱਡਾ ਪ੍ਰਚਾਰ ਕਰਨਾ। ਕਹਿੰਦਾ ਮੈਂ ਤਾਂ ਗਰੀਬ ਬੜਾ ਜਾਏ, ਨਾ ਮੇਰੇ ਛੱਟ ਚੱਲਦੀ ਹੁੰਦੀ ਸੀ ਭਾਈ, ਨਾ ਮੇਰੇ ਬੂਟ ਚੱਜਦੇ ਸੀਗੇ। ਕਹਿੰਦਾ ਇੱਕ ਵਾਰ ਇੱਕ ਪਾਸਟਰ ਨੇ ਰੋਕ ਲਿਆ ਉੱਥੇ, ਕਹਿੰਦਾ ਗੱਡੀ, ਕਹਿੰਦਾ ਉਹ ਮੈਨੂੰ ਡਰੈਸ ਦੇ ਕੇ ਵੀ ਸਾਡੇ ਚਰਚ ਚ ਆ, ਸਾਡੇ ਚਰਚ ਚ ਵੀ ਆ, ਵੀ ਉੱਥੇ ਬਹੁਤ ਪਾਸਟਰ ਇਕੱਠੇ ਹੋਣਗੇ, ਤੂੰ ਵੀ ਆ ਜੀ, ਤੇਰੀ ਵੀ ਮੁਲਾਕਾਤ ਕਰਾਵਾਂਗੇ ਦੂਜੇ ਪਾਸਟਰ, ਵੀ ਵੱਡੀ ਪਾਸਟਰ ਮੀਟਿੰਗ ਆ, ਪਾਸਟਰ ਮੀਟਿੰਗ ਚ ਆਇਆ ਕਰ ਤੂੰ, ਤੇਰੇ ਜਾਨ ਸ਼ਾਨ ਵਧੂਗੀ, ਪਾਸਟਰ ਮੀਟਿੰਗ ਚ ਆਇਆ ਕਰ। ਕਹਿੰਦਾ ਮੈਨੂੰ ਸਾਰੇ ਇਹੀ ਕਹਿੰਦੇ ਵੀ ਬਾਈਬਲ ਪੜ੍ਹ ਕੇ ਸੁਣਾਉਣ ਵਾਲਾ ਪਾਸਟਰ। ਆਪ ਇਹਦੇ
ਉੱਥੇ ਮੇਰੇ ਮੋਬਾਈਲ ਦੇ ਵਿੱਚ ਫੋਟੋ ਵੀ ਆ ਪਹਿਲੀ ਵਾਰ ਜਦੋਂ ਗਿਆ ਸੀ ਉੱਥੇ ਬੰਦਗੀ ਤੇ ਕਵੀ ਦੀ ਫੋਟੋ ਨਵੀਂ ਵਿਚਾਰਾ ਗੱਡੀ ਤੇ ਹੈ ਲੋਕੀ ਜੀ ਲੈ ਕੇ ਬੈਠਾ ਤੇ ਉੱਥੇ ਸੈਟ ਪੀ ਕੇ ਖਾਈ ਜਾਂਦਾ ਵਿਚਾਰਾ ਕਹਿੰਦਾ ਮੇਰੇ ਕੋਲ ਪਿੱਛੇ ਪੈਸੇ ਨਹੀਂ ਸੀਗੇ ਕਿ ਹੋਟਲ 'ਚ ਜਾ ਕੇ ਖਾਣਾ ਖਾ ਸਕਦਾ ਵੀ ਇੰਨੀ ਗਰੀਬ ਸੀ ਵਿਚਾਰਾ ਤਾਂ ਉੱਥੇ ਬੈਠ ਕੇ ਖਾ ਰਿਹਾ ਸੀ ਕਹਿੰਦਾ 2-3 ਦਿਨ ਦੀ ਮਿਲਕ ਸੀ ਕਹਿੰਦਾ 2-3 ਦਿਨ ਮਿਲ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਕਹਿੰਦਾ ਲਾਸਟ ਦੇ ਦਿਨ ਸੀਗਾ ਤੇ ਉੱਤੇ ਕਹਿੰਦੇ ਵੀ ਇੱਕ ਪਾਸਟਰ ਬਾਈਬਲ ਬਹੁਤ ਪੜ੍ਹ ਸੁਣਾਉਂਦਾ ਵਿਲੀਅਮ ਬਰਾਨਮ ਉਹਦਾ ਨਾਮ ਆ ਵੀ ਉਹ ਇੱਥੇ ਕਿਤੇ ਹੈਗਾ ਤਾਂ ਆਵੇ ਸਟੇਜ ਤੇ ਕਹਿੰਦਾ ਮੈਂ ਲੋਕ ਕਹਿੰਦਾ ਮੈਂ ਤਾਂ ਜਾਣਾ ਨਹੀਂ ਮੇਰੇ ਤਾਂ ਸ਼ਰਟ ਵੀ ਪਾਟੀ ਹੋਈ ਪਾਈ ਹੋਈ ਮੈਂ ਤਾਂ ਜਾਣਾ ਹੀ ਨਹੀਂ ਮੈਂ ਪਾਸਟਰ ਲੱਗਦਾ ਹੀ ਨਹੀਂ ਮੈਂ ਤਾਂ ਪਾਸਟਰ ਲੱਗਦਾ ਹੀ ਦੇਖਣ ਨੂੰ ਮੈਂ ਤਾਂ ਬਹੁਤ ਗਰੀਬ ਮੈਂ ਤਾਂ ਬੜਾ ਗਰੀਬ ਉਹਨਾਂ ਨੇ ਗੱਲ 4 ਵਾਰ ਕਿਹਾ ਪਾਸਟਰ ਵਿਲੀਅਮ ਬਰਾਨਮ ਤੇ ਕਿਤੇ ਹੈਗਾ ਦੱਸੋ ਕਹਿੰਦਾ ਮੈਨੂੰ ਨਾਲ ਦਾ ਕਹਿੰਦਾ ਤੇਰਾ ਨਾਮ ਕਦੋਂ ਦਾ ਲਈ ਜਾਂਦੇ ਤੂੰ ਕਹਿੰਦੇ ਵੀ ਹੈਗਾ ਮੈਂ ਇੱਥੇ ਮੇਰੇ ਚਾਹਨਾ ਪਾਰਟੀ ਕਰੀ ਪਾਈ ਕਹਿੰਦਾ ਉਹਨੇ ਮੇਰਾ ਫੜ ਕੇ ਬਾਹਰ ਮੇਰੇ ਠਾਲ ਕਹਿੰਦਾ ਇਹ ਹੈਗਾ ਆ ਬੈਠਾ ਇਹ ਉੱਠਦਾ ਹੀ ਨਹੀਂਗਾ ਕਹਿੰਦਾ ਫਿਰ ਮੈਨੂੰ ਜਾਣਾ ਪਿਆ ਕਹਿੰਦਾ ਮੈਂ ਪਹਿਲੀ ਵਾਰ ਦੇਖਿਆ ਆਪਣੀ ਜਗ੍ਹਾ ਤੇ ਕਹਿੰਦਾ ਮੈਂ ਹੌਲੀ ਗਿਆ ਕਹਿੰਦਾ ਮੈਂ ਉੱਥੇ ਕਹਿੰਦਾ ਮੈਂ ਤਾਂ ਪ੍ਰਚਾਰ ਕਰਿਆ ਮੈਂ ਤਾਂ ਬਾਈਕ ਪੜ ਕੇ ਚਲਾਉਣ ਵਾਲਾ ਕਹਿੰਦਾ ਇੱਕੇ ਦਵੇ ਆਤਮਾ ਨੇ ਪਤਾ ਨਹੀਂ ਕਹਿੰਦਾ ਕਿੱਥੋਂ ਪੜਿਆ ਨਵੀਂ ਸਿਆਸਤ ਸੇ ਕਹਿੰਦਾ ਉਹਨਾਂ ਨੂੰ 10 ਮਿੰਟ ਦਿੱਤੇ 45 ਮਿੰਟ ਤੱਕ ਹਾਲੇਲੂਇਆ ਐਸਾ ਪ੍ਰਚਾਰ ਕੀਤਾ ਸਾਰੀ ਦੁਨੀਆ ਹੈ ਸਭੀ ਲੋਕ ਆਤਮਾ ਉਤਰਿਆ ਹੈ ਇੰਨਾ ਵਧੀਆ ਪ੍ਰਚਾਰ ਹੋਇਆ ਇੰਨਾ ਜ਼ਬਰਦਸਤ ਹੋਇਆ ਤੇ ਕਹਿੰਦਾ ਜਦੋਂ ਮੈਂ ਸਟੇਜ ਤੋਂ ਉਤਰਿਆ ਕਹਿੰਦਾ 4-5 ਪਾਸਟਰ ਇਕੱਠੇ ਹੋ ਗਏ ਤੁਹਾਨੂੰ ਪ੍ਰਚਾਰ ਕਿਹਨੇ ਬਣਾਇਆ ਇੱਥੋਂ ਸਿੱਖਿਆ ਹੈ ਪ੍ਰਚਾਰ ਤੂੰ ਕਿਹੜੇ ਬਾਈਬਲ ਸਕੂਲ ਤੋਂ ਲਿਆ ਆ ਟ੍ਰੇਨਰ ਫਿਰ ਤੂੰ ਏਡੇ ਤਕੜਾ ਪ੍ਰਚਾਰ ਕਿੱਥੇ ਕੀਤਾ ਕਿਵੇਂ ਕੀਤਾ ਪਵਿੱਤਰ ਆਤਮਾ ਪਾਇਆ ਹੋਇਆ ਤੂੰ ਸਾਨੂੰ ਪਾਸਟਰ ਡਾਂਟੀ ਜਾਂਦਾ ਇਹ ਥੋੜਾ ਬਪਤਿਸਮਾ ਗਲਤ ਆ ਤੂੰ ਕਹਿੰਦਾ ਤੈਨੂੰ ਪਰਮੇਸ਼ਰ ਹੈ ਨਹੀਂ ਇੱਕ ਪਰਮੇਸ਼ਰ ਪਹਿਲਾਂ ਹੀ ਕਹਿੰਦਾ ਹਾਂ ਤੂੰ ਕਹਿੰਦਾ ਇੱਕ ਪਰਮੇਸ਼ਰ ਕਹਿੰਦਾ ਮੈਨੂੰ ਖੁਦਾਵੰਦ ਨੇ ਉਹਦਾ ਜਦੀਦ ਬਖਸ਼ਿਆ ਕਹਿੰਦਾ ਮੈਂ ਉਹਨੂੰ ਕਿਹਾ ਗੱਲ ਸੁਣ ਲਾਲਾ ਸਿੰਘ ਪਾਟ ਇੱਕ ਤੇਰੇ ਘਰੇ ਤੋਰੀ ਇੱਕ ਕਾਲੀ ਦੋ ਜਨਾਨੀਆਂ ਬੰਦਾ ਕਹਿੰਦਾ ਹਾਂ ਉਹ ਡਰ ਗਿਆ ਮੈਂ ਪਿੱਛੇ ਚੱਲ ਹੋਰ ਆ ਗਿਆ ਕਹਿੰਦਾ ਗੱਲ ਸੁਣ ਤੂੰ ਚਰਚ ਦੇ ਵਿੱਚ ਚੋਰੀ ਕਰਕੇ ਲੈ ਕੇ ਜਾਂਦਾ ਪੈਸੇ ਵਾਟਰਾਂ ਦੇ ਪੈਸੇ ਚੋਰੀ ਚੱਕ ਲੈਣਾ ਸਾਰੇ ਉਹ ਬਈ ਸਾਰੇ ਡਰ ਗਏ ਉਹ ਸਾਰੇ ਕੋਈ ਡਰੈਸ ਲੈਣ ਲੱਗ ਗਿਆ ਪਾਸਟਰ ਜੀ ਸਾਡੇ ਮੀਟਿੰਗ ਕਰੋ ਸਾਡੇ ਮੀਟਿੰਗ ਕਰੋ ਸਾਡੇ ਮੀਟਿੰਗ ਕਰੋ ਸਾਡੇ ਮੀਟਿੰਗ ਕਰੋ ਸਾਡੇ ਮੀਟਿੰਗ ਕਹਿੰਦਾ ਉਸੇ ਦਿਨ ਮੈਨੂੰ 25 ਮੀਟਿੰਗਾਂ ਦਾ ਪੈਣ ਗਿਆ ਪਹਿਲੇ ਦਿਨ ਕਹਿੰਦਾ 25 ਤੋਂ 50 ਪਾਸਟਰ ਮੇਰੇ ਨਾਲ ਹਾਲੇਲੂਇਆ ਜਾਂ ਪਾਸਟਰ ਦੇ ਨਾਲ ਪਾਸਟਰ ਨੂੰ ਚੱਕ ਲਿਆ ਜਿੱਧਰ ਜਾਂਦਾ ਹੀ ਫਿਰ ਚੜਾਈ ਹੋ ਜਾਂਦੀ ਸੀ ਮਸ਼ਹੂਰ ਹੋ ਗਿਆ ਸੀ ਵੀ ਨੌਜਵਾਨ ਪਾਸਟਰ ਵਿਲੀਅਮ ਬਰਾਨਮ ਜਿਹੜਾ ਬਾਈਬਲ ਪੜ੍ਹ ਕੇ ਸੁਣਾਉਂਦਾ ਹੈ ਉਹਦੀ ਮੀਟਿੰਗ 'ਚ ਮੁਰਦੇ ਜ਼ਿੰਦਾ ਹੁੰਦੇ ਲੰਗੜੇ ਚੱਲਦੇ ਹੋਣੀ ਛੱਤ ਹੁੰਦੇ ਅੰਨਿਆਂ ਦੀਆਂ ਅੱਖਾਂ ਖੋਲੀਆਂ ਜਾਂਦੀਆਂ ਪੱਥਰੀਆਂ ਗੈਰ ਹੁੰਦੀਆਂ ਲਾਚੀਆਂ ਦੂਰ ਭੱਜਦੀਆਂ ਫਿਰ ਉਹਦੀਆਂ ਮੀਟਿੰਗਾਂ ਹੋਈਆਂ ਪੂਰੇ ਸੰਸਾਰ ਦੇ ਵਿੱਚ ਨਬੀ ਕਹਿੰਦਾ ਮੈਂ 60 ਵਾਰ ਸਮੁੰਦਰੋਂ ਪਾਰ ਪਹੁੰਚਾ 7 ਸਾਰੀ ਦੁਨੀਆ ਦਾ ਚੱਕਰ 7 ਵਾਰ ਜਿੱਥੇ ਜਾਂਦਾ ਇੰਨੀ ਦੁਨੀਆ ਇਕੱਠੀ ਹੁੰਦੀ ਸੀ ਇੰਨੀ ਦੁਨੀਆ ਇਕੱਠੀ ਹੁੰਦੀ ਸੀ ਨਬੀ ਦੀ ਮੀਟਿੰਗ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 15 ਲੱਖ ਲੋਕ ਇਕੱਠੇ ਮੈਂ ਨਾ ਹੁੰਦੇ ਜਦੋਂ ਲੋਕ ਆਪਣੇ ਨਾਲ ਦਾ ਸਾਧਨ ਸੀ ਨਾ ਟ੍ਰੇਨਾਂ ਸੀ ਇੰਨੀਆਂ ਨਾ ਜਹਾਜ਼ ਸੀ ਇੰਨੇ ਨਾ ਹੀ ਲੋਕਾਂ ਦੇ ਵੀਜ਼ੇ ਇੰਨੇ ਲੱਗਦੇ ਸੀ ਹਨਾ ਲੋਕ ਕੋਈ ਬਾਹਰਲੇ ਮੁਲਕਾਂ 'ਚ ਇਕੱਠੇ ਕਰ 15 ਲੱਖ ਲੋਕ ਇਕੱਠੇ ਕਰ ਆਪਣੇ ਵੀ ਆਇਆ ਸੀ ਦੇਸ਼
ਸਾਡੇ ਭੂਰੀ ਤੋਂ ਲੁਧਿਆਣੇ ਤੱਕ ਸੜਕ ਚੁੱਕੀ ਹੈ ਇੰਨੀ ਤੋਂ ਭੂਰੀ ਤੋਂ ਲੁਧਿਆਣੇ ਤੱਕ ਸੜਕ ਛੋਟੀ ਸੀ ਜੰਗਲਾਂ ਵਿੱਚ ਕਿਉਂ ਜਾਂਦੇ ਨੇ ਇਹਨਾਂ ਦੇ ਜੰਗਲ ਜੀ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੋਂ ਤੁਰੇ ਭੂਰੀ ਤੋਂ ਲੁਧਿਆਣੇ ਪਹੁੰਚ ਵੀ ਗਏ ਪਤਾ ਹੀ ਨਹੀਂ ਲੱਗਦਾ ਸੜਕਾਂ ਵਧੀਆ ਹੋਣ। ਉਹਨਾਂ ਦਿਨਾਂ 'ਚ ਜੰਗਲ ਸੀ ਤਾਂ ਨਬੀ ਦੇ ਟਾਈਮ 'ਚ 56 ਚ ਕਿੰਨੇ ਜੰਗਲ ਹੋਣ ਤਾਤਵੀ ਮਕਬੇ ਦੇ ਵਿੱਚ 4.5 ਲੱਖ ਲੋਕਾਂ ਦਾ ਘਰ ਸੀ। ਕਿਆ ਬਾਤ ਹੈ। ਹਾਲੇਲੂਇਆ ਐਸਾ ਨਬੀ ਜਿਹਦੀ ਸੇਵਕਾਈ ਦੇ ਵਿੱਚ ਖੁਦਾ ਨੇ ਆ ਕੇ ਗਵਾਹੀ ਦਿੱਤੀ 28 ਫਰਵਰੀ 1963 ਆਸਮਾਨ ਤੋਂ ਬੱਦਲ ਨਬੀ ਨੂੰ ਚੱਕ ਕੇ ਲੈ ਗਿਆ ਅੱਧਾ ਮਿੰਟ ਨਬੀ ਸਵਰਗਾ ਚ ਰਿਹਾ ਫਿਰ ਸੱਤ ਮੋਹਰਾਂ ਤੇ ਪ੍ਰਚਾਰ ਕੀਤਾ ਆਮੀਨ। ਹਾਲੇਲੂਇਆ ਇਹ ਸੇਵਕਾਈ ਕਿਸੇ ਵੀ ਸੇਵਾਦਾਰ ਦੀ ਜ਼ਿੰਦਗੀ ਚ ਨਹੀਂ ਹੋਈ ਕਿ ਕਿਸੇ ਵੀ ਨਬੀ ਨੂੰ ਬਿਲੀ ਗ੍ਰਾਮ ਨੂੰ ਪ੍ਰਭੂ ਚੱਕ ਕੇ ਲੈ ਗਿਆ ਹੋਵੇ ਔਰ ਰੋਬਰਟ ਨੂੰ ਚੱਕ ਕੇ ਲੈ ਗਿਆ ਹੋਵੇ ਇਹ ਸੇਵਕਾਈ ਇੱਕੋ ਹੀ ਬੰਦੇ ਦੀ ਜ਼ਿੰਦਗੀ ਚ ਪੂਰੀ ਹੋਈ ਜਿਹਦਾ ਨਾਮ ਸੀ ਵਿਲੀਅਮ ਬਰਾਨਮ। ਵਿਲੀਅਮ ਬਰਾਨਮ ਵੀ ਚੌਥਾ ਏਲੀਆ ਪਾ ਹਾਲੇਲੂਇਆ ਬਪਤਿਸਮਾ ਦਾ ਸਟਾਰ ਕੀਤਾ ਉੱਥੋਂ ਸ਼ੁਰੂ ਹੋਇਆ। ਝੂਠੀ ਸਿੱਖਿਆ ਦਾ ਸੁਧਾਰ ਕੀਤਾ ਆਮੀਨ। ਹਰੇਕ ਸਿੱਖਿਆ ਨੂੰ ਬਹਾਲ ਕੀਤਾ ਆਦਮ ਹਵਾ ਨੇ ਕਿਹੜਾ ਫਲ ਖਾਦਾ ਇਹ ਸਹੀ ਦੱਸਿਆ ਪਵਿੱਤਰ ਆਤਮਾ ਦਾ ਯੁੱਗ ਫਿਰ ਤੋਂ ਵਾਪਸ ਆਇਆ ਆਮੀਨ। ਹਾਲੇਲੂਇਆ ਪਵਿੱਤਰ ਆਤਮਾ ਦਾ ਯੁੱਗ ਬਹਾਲ ਕੀਤਾ ਗਿਆ ਇਹ ਲਾਸਟ ਦੇ ਵਿੱਚ ਹੀ ਹੋਣਾ ਸੀ ਲਾਸਟ ਦੇ ਵਿੱਚ ਕਿਵੇਂ ਹੋਣਾ ਉਦਾਹਰਨ ਦੇ ਤੌਰ ਤੇ ਜਦੋਂ ਇੱਕ ਕਣਕ ਦਾ ਦਾਣਾ ਜ਼ਮੀਨ ਦੇ ਥੱਲੇ ਪਾਉਂਦੇ ਆ ਉਹ ਜਾ ਕੇ ਮਰ ਜਾਂਦਾ ਹੈ ਉਹ ਜਾ ਕੇ ਮਰ ਜਾਂਦਾ ਹੈ ਫਿਰ ਉਹ ਕਈ ਦਿਨ ਮਰਿਆ ਗਿਆ ਹੈ ਫਿਰ ਉਸ ਮਰੇ ਹੋਏ ਜੀਵ ਦੇ ਵਿੱਚੋਂ ਹੀ ਇੱਕ ਉਂਗਲ ਫੁੱਟ ਨਿਕਲਦੀ ਹੈ ਇੱਕ ਉਂਗਲ ਫੁੱਟ ਨਿਕਲਦੀ ਹੈ ਪਰ ਹਜੇ ਉਹ ਬੀਜ ਨਹੀਂ ਬਣ ਜਾਂਦਾ ਹਜੇ ਉਹ ਚ ਕੁਛ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਉਹਦੇ ਟੰਡਲ ਨਿਕਲਦੇ ਆ ਪੱਤੇ ਨਿਕਲਦੇ ਆ ਫਿਰ ਇੱਕ ਹੋਰ ਟੰਡਲ ਨਿਕਲਦਾ ਹੈ ਫਿਰ ਲਾਟ ਉੱਤੇ ਜਾ ਕੇ ਉਹਦੇ ਮੁੰਜਰ ਬਣਦੀ ਹੈ ਮੁੰਜਰ ਬਣਦੀ ਹੈ ਉਹਦੇ ਵਿੱਚ ਦੋਤਾ ਪੈਂਦਾ ਪਰ ਦੋਤਾ ਵੀ ਹਜੇ ਦਾਣਾ ਨਹੀਂ ਜਿੱਦਾਂ ਦਾ ਬੀਜਿਆ ਗਿਆ ਉਦਾਂ ਦਾ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਉਹਦੇ ਤੇ ਧੁੱਪਾਂ ਪੈਂਦੀਆਂ ਵਾ ਉਹਦੇ ਤੇ ਕੀ ਪੈਂਦੀਆਂ ਧੁੱਪਾਂ ਪੈਂਦੀਆਂ ਸੇਕ ਪੈਂਦਾ ਹੈ ਫਿਰ ਉਹ ਜਿੱਦਾਂ ਦਾ ਦਾਣਾ ਬੀਜਿਆ ਜਾਂਦਾ ਹੈ ਉਦਾਂ ਦਾ ਉੱਪਰ ਲੈ ਕੇ ਹਾਲੇਲੂਇਆ ਹਾਲੇਲੂਇਆ 35 ਕੋਸ ਦਾ ਜੋਗ 35 ਕੋਸ ਦੇ ਦਿਨ ਪਵਿੱਤਰ ਆਤਮਾ ਉਤਰਿਆ ਅੱਗ ਜਿਹੀਆਂ ਜੀਵਾਂ ਵੱਖੋ ਵੱਖਰੀਆਂ ਵਿਖਾਈ ਹੁੰਦੀਆਂ ਦਿੱਤੀਆਂ ਔਰ ਉਹਦੇ ਨਾਲ ਸਾਰੇ ਪਵਿੱਤਰ ਆਤਮਾ ਨਾਲ ਭਰ ਕੇ ਸਾਰੇ ਚੇਲੇ ਪਵਿੱਤਰ ਆਤਮਾ ਨਾਲ ਭਰ ਕੇ ਲਿਖਿਆ ਚੇਲੇ ਪਵਿੱਤਰ ਆਤਮਾ ਨਾਲ ਭਰੇ ਹੀ ਰਹਿੰਦੇ ਸੀ ਪਹਿਲਾ ਜੋਗ ਪਵਿੱਤਰ ਆਤਮਾ ਦਾ ਜੋਗ ਸੀ ਲਾਸਟ ਜੋਗ ਫਿਰ ਤੋਂ ਪਵਿੱਤਰ ਆਤਮਾ ਦਾ ਜੋਗ ਹੈ ਜਿਹੜਾ ਦਾਣਾ ਬੀਜਿਆ ਗਿਆ ਅੰਤ ਵਿੱਚ ਉਹੀ ਦਾਣਾ ਦੁਆਰਾ ਆਉਂਦਾ ਹੈ ਸੇਵ ਹੋਣਾ ਚਾਹੀਦਾ ਹੈ ਆਮੀਨ। ਨਹੀਂ ਤਾਂ ਦਾਣਾ ਨਹੀਂ ਹੋ ਸਕਦਾ ਆਮੀਨ ਜਿੱਦਾਂ ਦਾ ਬੀਜਿਆ ਗਿਆ ਉਸੇ ਤਰ੍ਹਾਂ ਲਾਸਟ ਵਿੱਚ ਹੋਣਾ ਚਾਹੀਦਾ ਹੈ ਆਮੀਨ। ਅਸੀਂ ਇਹੋ ਜਿਹੇ ਯੁੱਗ ਚ ਰਹਿ ਰਹੇ ਹਾਂ ਜਦੋਂ ਦਾਣੇ ਦੀ ਬਹਾਲੀ ਹੈ ਬਹਾਲ ਆਮੀਨ ਇਸ ਦਾ ਭਾਈ ਬ੍ਰਾਹਮ ਜਿਹੜਾ ਉਹ ਚੌਥਾ ਹੈ ਬਿਨਾਂ ਸ਼ੱਕ ਕੋਈ ਇਹਦੇ ਸ਼ੱਕ ਵਾਲੀ ਗੁੰਜਾਇਸ਼ ਬਿਲਕੁਲ ਨਹੀਂ ਰਹਿੰਦੀ ਕਿ ਨਬੀ ਭਾਈ ਵਿਲੀਅਮ ਬ੍ਰਾਹਮ ਚੌਥਾ ਏਲੀਆ ਨਹੀਂ ਉਹਨੂੰ ਚੌਥਾ ਏਲੀਆ ਕਹਿ ਕੇ ਵੀ ਬੁਲਾ ਲਿਆ ਜਾਵੇ ਭਾਈ ਬ੍ਰਾਹਮ ਨਾਮ ਕਹਿ ਕੇ ਬੁਲਾਇਆ ਜਾਵੇ ਤਾਂ ਕੋਈ ਹਰਜ ਨਹੀਂ ਹੈ ਕਿਉਂਕਿ ਉਹ ਚੌਥਾ ਏਲੀਆ ਹੀ ਹੈ ਆਮੀਨ। ਆਮੀਨ ਆਮੀਨ। ਹਾਲੇਲੂਇਆ ਹਾਲੇਲੂਇਆ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਰਕਤ ਦੇਵੇ ਅਗਲੇ ਨੈਕਸਟ ਸੰਡੇ
ਅਸੀਂ ਲਾਸਟ ਏਰੀਆ ਦੇਖ ਲਾਂਗੇ ਪੰਜਵਾਂ ਜੋ ਏਰੀਆ ਤੇ ਮੂਸਾ ਦੋਨੇ ਇਸਰਾਇਲ ਦੇ ਵਿੱਚ ਪ੍ਰਭੂ ਨੇ ਚਾਹਿਆ ਤਾਂ ਅਸੀਂ ਦੇਖਾਂਗੇ ਪ੍ਰਭੂ ਦਾ ਬਹੁਤ ਬਰਕਤ ਹੈ। ਸੋ ਮੈਂ ਥੋੜੀ ਜਿਹੀ ਗੱਲ ਤੁਹਾਡੇ ਨਾਲ ਬੋਲ ਕਰ